ਸਤਨਾਮ। ਵਾਹਿਗੁਰੂ ਜੀ। ਭਾਣੇ ਥਲ ਸਿਰ ਸਰਵ ਹੈ, ਕਮਲ ਫੁਲੈ ਆਕਾਸ਼ ਜਿਉ। ਭਾਣੇ ਭਵ ਜਲ ਲੰਘੀਐ, ਭਾਣੇ ਮੰਝ ਪਰਿਆਸ ਜਿਉ। ਭਾਣੇ ਛੋ ਸਹਿ ਰੰਗਲਾ, ਸਿਫਤ ਰਤਾ ਗੁਣ ਤਾਸ ਜਿਉ। ਭਾਣੇ ਸ਼ੈ ਪੀ ਆਵਲਾ, ਹਉ ਆਵਣ ਜਾਣ ਮੁਈਆਸ ਜਿਉ। ਤੂੰ ਸ਼ਹਿ ਅਗੰਮ ਅਤੁਲਵਾ, ਹਉ ਕਹਿ ਕਹਿ ਢਹਿ ਪਈਆਸ ਜਿਉ। ਕਿਆ ਮੰਗੂ ਕਿਆ ਕਹਿ ਸੁਣੀ, ਮੈਂ ਦਰਸ਼ਨ ਭੂਖ ਪਿਆਸ ਜਿਉ। ਗੁਰ ਸ਼ਬਦੀ ਸ਼ਹਿ ਪਾਇਆ, ਸਚ ਨਾਨਕ ਕੀ ਅਰਦਾਸ ਜਿਉ। ਗੁਰ ਸ਼ਬਦੀ ਸ਼ਹਿ ਪਾਇਆ, ਸਚ ਨਾਨਕ ਕੀ ਅਰਦਾਸ ਜਿਉ। ਸਾਹਿਬ ਗੁਣੀ ਨਿਦਾਨ ਸ੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਪਾਵਨ ਅਤੇ ਪਵਿੱਤਰ ਬਾਣੀ ਦੇ ਵਿੱਚੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਸੂਹੀ ਦੇ ਵਿੱਚ ਅੰਗ 762 ਤੇ ਸੁਭਾਏਮਾਨ ਸ਼ਬਦ ਜੋ ਸੁਚੱਜੀ ਸਿਰਲੇਖ ਦੇ ਹੇਠ ਉਚਾਰਨ ਕੀਤਾ ਗਿਆ ਹੈ, ਆਪ ਜੀ ਨੇ ਸ਼ਰਵਣ ਕੀਤਾ ਹੈ। ਇਸ ਸ਼ਬਦ ਦੇ ਮੁੱਢਲੇ ਬੰਦਾਂ ਦੀ ਵਿਚਾਰ ਕੱਲ ਦੇ ਦੀਵਾਨ ਅੰਦਰ ਆਪ ਜੀ ਨੇ ਸਾਂਝੀ ਕੀਤੀ ਸੀ। ਸੁਚੱਜੀ ਤੋਂ ਭਾਵ ਹੈ ਗੁਰਮੁਖ ਅਤੇ ਕੁਚੱਜੀ ਤੋਂ ਭਾਵ ਹੈ ਮਨਮੁਖ। ਸਤਿਗੁਰੂ ਜੀ ਗੁਰਮੁਖ ਅਤੇ ਮਨਮੁਖ ਨੂੰ ਬਾਣੀ ਦੇ ਵਿੱਚ ਅਨੇਕ ਤੁਲਨਾ ਦੇ ਕੇ ਸਾਡੇ ਸਾਹਮਣੇ ਰੱਖਦੇ ਹਨ। ਬਾਣੀ ਦੇ ਵਿੱਚ ਗੁਰਮੁਖ ਨੂੰ ਸੱਚੇ ਪਾਤਸ਼ਾਹ ਨੇ ਹੰਸ ਆਖਿਆ ਅਤੇ ਮਨਮੁਖ ਨੂੰ ਬਗਲਾ ਆਖਿਆ। ਬਾਣੀ ਦੇ ਵਿੱਚ ਗੁਰਮੁਖ ਨੂੰ ਸਤਿਗੁਰੂ ਜੀ ਨੇ ਇਸ ਕਮਲ ਵੱਤ ਵੀ ਆਖਿਆ ਕਿ ਉਹ ਕਮਲ ਦੇ ਵੱਤ ਹੈ, ਕਮਲ ਦੇ ਵਾਂਗ ਖਿੜਿਆ ਹੋਇਆ ਹੈ। ਸੋ ਇਹ ਸਤਿਗੁਰੂ ਜੀ ਦੇ ਕਹਿਣ ਦਾ ਅਤੇ ਗੱਲ ਨੂੰ ਸਮਝਾਉਣ ਦਾ ਇੱਕ ਢੰਗ ਹੈ, ਪਰ ਮੂਲ ਗੱਲ ਸਤਿਗੁਰੂ ਜੀ ਕੇਂਦਰਿਤ ਕਰਦੇ ਹਨ ਗੁਰਮੁਖ ਅਤੇ ਮਨਮੁਖ ਦੇ ਅਧੀਨ, ਉਹਨੂੰ ਕੇਂਦਰ 'ਚ ਰੱਖ ਕੇ। ਸੋ ਸਤਿਗੁਰੂ ਜੀ ਅੱਜ ਦੇ ਸ਼ਬਦ ਅੰਦਰ ਅੱਗੇ ਕੀ ਵਿਚਾਰ ਰੱਖ ਰਹੇ ਹਨ, ਗੁਰੂ ਸ਼ਬਦ ਦੁਆਰਾ ਅਸੀਂ ਜਾਣਨ ਦਾ ਯਤਨ ਕਰਦੇ ਹਾਂ। ਇੱਕ ਵਾਰ ਬੜੇ ਪਿਆਰ ਨਾਲ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਭਾਣੇ ਥਲ ਸਿਰ ਸਰਵ ਹੈ, ਕਮਲ ਫੁਲੈ ਆਕਾਸ਼ ਜਿਉ। ਭਾਣੇ, ਭਾਣੇ ਦਾ ਅਰਥ ਹੈ ਹੁਕਮ।
ਹੁਕਮ ਨੂੰ ਪਰਿਭਾਸ਼ਿਤ ਕਰਨ ਦੇ ਵਾਸਤੇ ਸਤਿਗੁਰੂ ਜੀ ਨੇ ਕਈ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਹੁਕਮ ਨੂੰ ਭਾਣਾ ਵੀ ਕਹਿੰਦੇ ਹਨ, ਹੁਕਮ ਨੂੰ ਰਜ਼ਾ ਵੀ ਕਹਿੰਦੇ ਹਨ, ਹੁਕਮ ਨੂੰ ਭੈ ਵੀ ਕਹਿੰਦੇ ਹਨ। ਭਾਵ ਇੱਕ ਹੀ ਭਾਵ ਨੂੰ ਦੱਸਣ ਵਾਸਤੇ ਸਤਿਗੁਰੂ ਜੀ ਨੇ ਅਨੇਕ ਲਫ਼ਜ਼ਾਂ ਦੀ ਵਰਤੋਂ ਕੀਤੀ ਹੈ। ਮੈਂ ਬੇਨਤੀ ਕਰਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਵਿਚਾਰ ਇੱਕ ਹੈ, ਪਰ ਇੱਕ ਵਿਚਾਰ ਨੂੰ ਕਹਿਣ ਵਾਸਤੇ ਸਤਿਗੁਰੂ ਜੀ ਦੇ ਕੋਲ ਜੋ ਸ਼ਬਦਾਂ ਦਾ ਭੰਡਾਰ ਹੈ ਉਹ ਬਹੁਤ ਵੱਡਾ ਹੈ। ਉਹ ਕਿੰਨਾ ਕੁ ਵੱਡਾ ਹੋਏਗਾ, ਇਸ ਦਾ ਅੰਦਾਜ਼ਾ ਆਪ ਜੀ ਬਾਣੀ ਨੂੰ ਪੜ੍ਹ ਕੇ ਉਹਦੇ ਵਿੱਚ ਦਰਜ ਹੋਏ ਇੱਕ ਹੀ ਭਾਵ ਦੇ ਅਨੇਕ ਲਫ਼ਜ਼ਾਂ ਤੋਂ ਤੁਸੀਂ ਲਾ ਸਕਦੇ ਹੋ। ਕੱਲਾ ਭਾਣਾ, ਹੁਕਮ, ਰਜ਼ਾ ਜਾਂ ਭੈ ਸ਼ਬਦ ਨਹੀਂ। ਅਸੀਂ ਇੱਕ ਮੁੱਖ ਸ਼ਬਦ ਬਾਣੀ ਵਿੱਚੋਂ ਪੜ੍ਹਦੇ ਹਾਂ, ਸਤਿਗੁਰ। ਸਤਿਗੁਰ ਨੂੰ ਕਹਿਣ ਵਾਸਤੇ ਗੁਰੂ ਸਾਹਿਬ ਜੀ ਗੁਰੂ ਸ਼ਬਦ ਵੀ ਵਰਤਦੇ ਹਨ। ਸੰਤ, ਬ੍ਰਹਮ ਗਿਆਨੀ, ਹਰ ਕਾ ਦਾਸ, ਜਨ ਕਾ ਸੇਵਕ। ਪਤਾ ਨਹੀਂ ਕਿਹੜੇ ਕਿਹੜੇ ਲਫ਼ਜ਼ ਉਹਨਾਂ ਨੇ ਸਤਿਗੁਰ ਦੇ ਵਾਸਤੇ ਬਾਣੀ ਦੇ ਵਿੱਚ ਵਰਤੇ ਨੇ। ਸੋ ਅਸੀਂ ਇਉਂ ਕਹਿ ਸਕਦੇ ਹਾਂ ਕਿ ਸਾਡੇ ਸਤਿਗੁਰ ਦਾ ਸ਼ਬਦ ਭੰਡਾਰ ਇੰਨਾ ਕੁ ਵਿਸ਼ਾਲ ਹੈ ਕਿ ਉਸ ਨੂੰ ਜੇ ਅਸੀਂ ਸਹੀ ਸਮਝਣਾ ਹੈ ਤਾਂ ਪਵਿੱਤਰ ਬਾਣੀ ਨੂੰ ਵਾਰ-ਵਾਰ ਪੜ੍ਹਨਾ ਪਏਗਾ। ਤੇ ਉੱਥੋਂ ਇਹ ਗੱਲ ਸਾਨੂੰ ਡੂੰਘਣੀ ਪਏਗੀ ਕਿ ਗੁਰੂ ਮਹਾਰਾਜ ਗੱਲ ਤੇ ਇੱਕ ਹੀ ਕਰ ਰਹੇ ਨੇ, ਪਰ ਲਫ਼ਜ਼ਾਂ ਨੂੰ ਬਦਲ ਰਹੇ ਨੇ। ਮੈਂ ਇੱਕ ਛੋਟੀ ਜਿਹੀ ਉਦਾਹਰਨ ਤੁਹਾਡੇ ਸਾਹਮਣੇ ਰੱਖਾਂ। ਬਾਣੀ ਵਿੱਚ ਪਾਣੀ ਦੀ ਗੱਲ ਹੈ। ਪਾਣੀ ਨੂੰ ਕਹਿਣ ਵਾਸਤੇ ਸਤਿਗੁਰ ਨੇ ਲਗਭਗ 4 ਤੋਂ 5 ਸ਼ਬਦ ਵਰਤੇ ਹਨ। ਇੱਕ ਪਾਣੀ, ਇੱਕ ਜਲ, ਇੱਕ ਨੀਰ, ਇੱਕ ਤੋਇੰਗ, ਇੱਕ ਬਿੰਦ। ਬਿੰਦ ਦਾ ਅਰਥ ਵੀ ਬੂੰਦ ਹੈ, ਤੋਇੰਗ ਦਾ ਅਰਥ ਵੀ ਪਾਣੀ ਹੈ, ਨੀਰ ਦਾ ਅਰਥ ਵੀ ਪਾਣੀ ਹੈ ਤੇ ਜਲ ਦਾ ਅਰਥ ਵੀ ਪਾਣੀ ਹੈ। ਪਦਾਰਥ ਇੱਕ ਹੈ, ਪਰ ਉਸ ਨੂੰ ਕਹਿਣ ਵਾਸਤੇ ਲਫ਼ਜ਼ 5 ਨੇ। ਕਾਰਨ, ਇਹਦੇ ਪਿੱਛੇ ਕਾਰਨ ਇਹ ਖਲੋਤਾ ਹੈ ਕਿ ਇੱਕ ਤਾਂ ਬਾਣੀ ਲੰਮੇ ਸਮੇਂ 'ਚ ਲਿਖੀ ਗਈ ਹੈ। ਭਾਵ 15 ਮਹਾਂਪੁਰਖਾਂ ਦੇ ਬਚਨ ਜੋ ਇੱਕ ਲੰਮੇ ਸਮੇਂ ਦੇ ਵਿੱਚ ਹੋਏ ਹਨ। ਫਿਰ ਸਾਡੇ ਸਤਿਗੁਰੂ ਗੁਰੂ ਸਾਹਿਬਾਨ ਜਿਨ੍ਹਾਂ ਨੇ ਲਗਭਗ 2.5 ਸਦੀਆਂ ਦਾ ਜੀਵਨ ਇੱਥੇ ਗੁਜ਼ਾਰਿਆ ਹੈ, ਉਹਨਾਂ ਨੇ ਇੱਕ ਲੰਮਾ ਸਮਾਂ ਹੰਢਾਇਆ ਤੇ ਅਨੇਕ ਇਲਾਕਿਆਂ 'ਚ, ਅਨੇਕ ਭਾਸ਼ਾਵਾਂ ਵਾਲੇ ਇਲਾਕਿਆਂ 'ਚ ਉਹ ਵਿਚਰੇ ਹਨ। ਇਸ ਕਰਕੇ ਬਾਣੀ ਦਾ ਸ਼ਬਦ ਭੰਡਾਰ ਬੜਾ ਵਿਸ਼ਾਲ ਹੈ। ਅੱਜ ਜੋ ਸਾਡੇ ਸਾਹਮਣੇ ਇੱਕ ਬਹੁਤ ਵੱਡੀ ਸਮੱਸਿਆ ਖੜੀ ਹੈ ਉਹ ਇਹੀ ਹੈ ਕਿ ਇਸ ਵਿਸ਼ਾਲ ਸ਼ਬਦ ਭੰਡਾਰ ਨੂੰ ਸਮਝਣ ਵਾਸਤੇ ਸਾਨੂੰ ਥੋੜ੍ਹੀ ਜਿਹੀ ਮਿਹਨਤ ਦੀ ਲੋੜ ਹੈ, ਥੋੜ੍ਹੀ ਜਿਹੀ ਮਸ਼ੱਕਤ ਦੀ ਲੋੜ ਹੈ। ਵੈਸੇ ਗੁਰੂ ਦੀਆਂ ਗੱਲਾਂ ਇੰਨੀਆਂ ਕਠਿਨ ਨਹੀਂ ਹਨ, ਬਾਣੀ ਦੇ ਉਪਦੇਸ਼ ਇੰਨੇ ਕਠਿਨ ਨਹੀਂ, ਬੜੇ ਆਸਾਨ ਤੇ ਬੜੇ ਸਹਿਜੇ ਸਮਝ ਆ ਜਾਂਦੇ ਹਨ। ਸਮੱਸਿਆ ਇੱਥੇ ਆ ਕੇ ਖੜੀ ਹੋ ਜਾਂਦੀ ਹੈ ਕਿ ਜਿਹੜਾ ਸ਼ਬਦ ਭੰਡਾਰ ਹੈ ਉਹ ਬੜਾ ਵਿਸ਼ਾਲ ਹੈ ਤੇ ਬੜਾ ਪੁਰਾਣਾ ਹੈ। ਉਹਦੇ ਵਿਸ਼ਾਲ ਤੇ ਪੁਰਾਣਾ ਹੋਣ ਕਰਕੇ ਗੱਲ ਨੂੰ ਸਮਝਣ ਦੇ ਵਿੱਚ ਬੜਾ ਸਮਾਂ ਲੱਗਦਾ ਹੈ, ਥੋੜਾ ਸਮਾਂ ਲੱਗਦਾ ਹੈ। ਸੋ ਸਤਿਗੁਰੂ ਜੀ ਨੇ ਬਚਨ ਵਰਤੇ ਹੈ ਭਾਣੈ। ਭਾਣੈ ਦਾ ਅਰਥ ਹੈ ਹੁਕਮ। ਗੱਲ ਗੁਰਮੁਖ ਦੀ ਚੱਲ ਰਹੀ ਹੈ। ਗੁਰਮੁਖ ਇਹ ਮਹਿਸੂਸ ਕਰਦਾ ਹੈ, ਗੁਰਮੁਖ ਇਹ ਕਹਿੰਦਾ ਹੈ ਕਿ ਉਹਦੇ ਭਾਣੇ ਦੇ ਵਿੱਚ ਹੀ ਕੀ ਹੈ। ਭਾਣੈ ਥਲ, ਥਲ ਕਹਿੰਦੇ ਨੇ ਧਰਤੀ ਦਾ ਉਹ ਹਿੱਸਾ ਜਿਹੜਾ ਸੁੱਕਾ ਹੈ, ਜਿਹਨੂੰ ਅਸੀਂ ਮਰੁਸਥਲ ਵੀ ਕਹਿੰਦੇ। ਮਰੁਸਥਲ ਉਹਨੂੰ ਕਹਿੰਦੇ ਆ ਜਿਹੜਾ ਬਿਲਕੁਲ ਸੁੱਕਾ ਹੈ, ਜਿਹੜਾ ਮਰੂ ਧਰਤੀ ਹੈ, ਭਾਵ ਮਰੀ ਹੋਈ ਹੈ, ਜਿੱਥੇ ਕੁਝ ਪੈਦਾ ਨਹੀਂ ਹੁੰਦਾ। ਤੇ ਥਲ ਦਾ ਭਾਵ ਹੈ ਧਰਤੀ ਦਾ ਸੁੱਕਾ ਹਿੱਸਾ, ਜਿੱਥੇ ਪਾਣੀ ਨਹੀਂ। ਭਾਣੈ ਥਲ ਸਿਰ ਸਰ ਹੈ। ਸਰ, ਸਰ ਦਾ ਅਰਥ ਸਰੋਵਰ ਹੈ। ਸਰ ਦਾ ਅਰਥ ਵੈਸੇ ਗੁਰਬਾਣੀ ਦੇ ਅੰਦਰ ਤੀਰ ਵੀ ਹੈ। ਮੈਂ ਫਿਰ ਵਾਰ-ਵਾਰ ਬੇਨਤੀ ਕਰਦਾ ਕਿ ਦੇਖੋ, ਉਚਾਰਨ ਸ਼ਬਦਾਂ ਦਾ ਇੱਕ ਹੈ, ਪਰ ਕਨਸੈਪਟ ਵਿਸ਼ੇ ਦੇ ਮੁਤਾਬਕ ਉਹਨਾਂ ਦੇ ਅਰਥ ਬਦਲਦੇ ਨੇ, ਉਹਨਾਂ ਦੇ ਭਾਵ ਬਦਲਦੇ ਨੇ। ਬਾਣੀ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਗੁਰੂ ਨੇ ਮੇਰੇ ਹਿਰਦੇ ਦੇ ਅੰਦਰ ਸਰ ਮਾਰਿਆ। ਉੱਥੇ ਸਰ ਦਾ ਭਾਵ ਹੈ ਤੀਰ। ਜਾਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਬਚਨ ਆਉਂਦਾ ਹੈ ਸਰ ਸੰਧੇ ਆਕਾਸ਼ ਕੋ, ਭਾਵ ਆਕਾਸ਼ ਦੇ ਵੱਲ ਤੀਰ ਨੂੰ ਸੰਧਿਆ ਹੈ, ਸੇਧਿਆ ਹੈ, ਮਾਰਿਆ ਹੈ।
ਸਰ ਦਾ ਅਰਥ ਤੀਰ ਵੀ ਹੈ ਤੇ ਸਰ ਦਾ ਅਰਥ ਪਵਿੱਤਰ ਬਾਣੀ ਵਿੱਚ ਸ੍ਰੇਸ਼ਟ ਵੀ ਹੈ, ਭਾਵ ਇੱਕ ਚੀਜ਼ ਦੇ ਨਾਲੋਂ ਕਿਸੇ ਦੂਜੀ ਚੀਜ਼ ਦਾ ਖਾਸ ਹੋਣਾ। ਸੋ ਗੁਰਦੇਵ ਕਹਿੰਦੇ ਨੇ, ਕਹਿੰਦੇ ਉਹਦੇ ਭਾਣੇ ਦੇ ਵਿੱਚ ਹੀ ਜੋ ਥਲ ਹੈ, ਜੋ ਧਰਤੀ ਸੁੱਕੀ ਹੈ, ਉਹਦੇ ਵਿੱਚ ਪਾਣੀ ਹੈ, ਹਰਿਆਵਲ ਹੈ। ਪਾਤਸ਼ਾਹ ਕਹਿੰਦੇ ਭਾਣੈ ਥਲ ਸਿਰ ਸਰਵ ਹੈ। ਉਹਦੇ ਭਾਣੇ ਦੇ ਵਿੱਚ ਸੁੱਕੀ ਧਰਤੀ ਦੇ ਉੱਪਰ ਕੀ ਨੇ? ਸਰੋਵਰ ਹਨ, ਪਾਣੀ ਦੇ ਟੋਭੇ ਹਨ। ਕਮਲ ਫੁੱਲੈ ਆਕਾਸ਼ ਜੀਓ, ਆਕਾਸ਼ ਆਸਮਾਨ, ਤੇ ਉਸ ਪਾਣੀ ਦੇ ਵਿੱਚ, ਉਹਦੇ ਭਾਣੇ ਦੇ ਵਿੱਚ ਕੀ ਹੈ? ਕਮਲ ਦਾ ਫੁੱਲ ਫੁੱਲ ਰਿਹਾ ਹੈ, ਪੈਦਾ ਹੋ ਰਿਹਾ ਹੈ। ਭਾਵ ਕਹਿਣ ਦਾ ਇਹ ਹੈ ਕਿ ਜਿੰਨੀ ਵੀ ਵਨਸਪਤੀ ਹੈ, ਜੋ ਪੇੜ ਫਲ ਫੁੱਲ ਬੂਟੇ ਹਨ, ਇਹ ਸਾਰੇ ਦੇ ਸਾਰੇ ਇਸ ਧਰਤੀ ਤੇ ਉਹਦੇ ਭਾਣੇ, ਉਹਦੀ ਹੁਕਮ, ਉਹਦੀ ਰਜ਼ਾ ਦੇ ਵਿੱਚ ਪੈਦਾ ਹੋ ਰਹੇ ਨੇ। ਗੁਰਮੁਖ ਦਾ ਇਹ ਮੰਨਣਾ ਹੈ, ਗੁਰਮੁਖ ਦੀ ਸੋਚ ਇਹ ਹੈ, ਭਾਣੈ ਥਲ ਸਿਰ ਸਰਵ ਹੈ। ਉਹਦੇ ਹੁਕਮ ਦੇ ਵਿੱਚ ਹੀ ਧਰਤੀ ਦੇ ਉੱਪਰ ਸਰੋਵਰ, ਪਾਣੀ ਦੇ ਟੋਭੇ ਹਨ, ਤੇ ਉਹਦੇ ਹੁਕਮ ਦੇ ਵਿੱਚ ਹੀ ਉਹਨਾਂ ਟੋਭਿਆਂ ਵਿੱਚ ਕਮਲ ਦੇ ਫੁੱਲ ਪੈਦਾ ਹੋਏ ਹਨ, ਭਾਵ ਵਨਸਪਤੀ ਪੈਦਾ ਹੋਈ ਹੈ। ਗੁਰਦੇਵ ਅੱਗੇ ਜ਼ਿਕਰ ਕਰਦੇ, ਭਾਣੈ ਭਵ ਜਲ ਲੰਘੀਐ, ਭਾਣੈ ਮੰਝ ਪਰਿਆਸ ਜੀਓ। ਭਵ ਜਲ, ਭਵ ਜਲ ਕਹਿੰਦੇ ਨੇ ਸਾਗਰ ਨੂੰ। ਮੈਂ ਅੱਗੇ ਵੀ ਇੱਕ ਦਿਨ ਬੇਨਤੀ ਕੀਤੀ ਸੀ ਕਿ ਬਾਣੀ ਦੀਆਂ ਕੁਝ ਉਦਾਹਰਨਾਂ ਐਸੀਆਂ ਹਨ ਜਿਨ੍ਹਾਂ ਨੂੰ ਜੇ ਤੁਸੀਂ ਅੱਜ ਦੇ ਸਮੇਂ 'ਚ ਦੇਖੋਗੇ ਤਾਂ ਹੋ ਸਕਦਾ ਹੈ ਸਾਡੇ ਮਨ ਵਿੱਚ ਕੋਈ ਸ਼ੱਕ ਪੈਦਾ ਹੋਏ, ਹੋ ਸਕਦਾ ਹੈ ਸਾਡੇ ਮਨ ਦੇ ਵਿੱਚ ਕੋਈ ਤਰਕ ਪੈਦਾ ਹੋਏ। ਬਾਣੀ ਵਿੱਚ ਬੜੀ ਵਾਰ ਇੱਕ ਉਦਾਹਰਣ ਆਉਂਦੀ ਹੈ ਕਿ ਤੂੰ ਸਾਗਰ ਨੂੰ ਪਾਰ ਕਰਨਾ ਹੈ, ਸਾਗਰ ਪਾਰ ਕਰਨਾ ਬੜਾ ਔਖਾ ਹੈ, ਸਮੁੰਦਰ ਪਾਰ ਕਰਨਾ ਬੜਾ ਔਖਾ ਹੈ। ਜੇ ਅੱਜ ਦੇ ਸੰਦਰਭ 'ਚ ਸਮਝਾਂਗੇ ਤੇ ਸਮੁੰਦਰ ਨੂੰ ਪਾਰ ਕਰਨਾ ਕੋਈ ਔਖਾ ਨਹੀਂ ਹੈ, ਕੋਈ ਔਖਾ ਨਹੀਂ ਹੈ। ਇੱਕ ਰਾਤ ਦੇ ਵਿੱਚ ਬੰਦਾ ਸਮੁੰਦਰ ਦਾ ਇੱਕ ਕਿਨਾਰੇ ਤੋਂ ਦੂਜਾ ਕਿਨਾਰਾ ਪਾਰ ਕਰ ਸਕਦਾ ਹੈ। ਪਰ ਜਿਸ ਸਮੇਂ 'ਚ ਬਾਣੀ ਲਿਖੀ ਗਈ ਹੈ, ਜੇ ਉਸ ਸਮੇਂ 'ਚ ਵਿਚਰ ਕੇ ਸਮਝਾਂਗੇ ਤਾਂ ਉਸ ਵਕਤ ਸਮੁੰਦਰ ਨੂੰ ਪਾਰ ਕਰਨਾ ਬਹੁਤ ਔਖਾ ਕੀ ਬਹੁਤ ਕਠਿਨ, ਅਸੰਭਵ ਸੀਗਾ, ਕਿਉਂਕਿ ਸਾਧਨਾ ਦੀ ਘਾਟ ਸੀ। ਸਾਧਨਾ ਦੀ ਘਾਟ ਹੋਣ ਕਰਕੇ ਸਤਿਗੁਰ ਨੇ ਇਸ ਉਦਾਹਰਣ ਨੂੰ ਬੰਦੇ ਦੀ ਜ਼ਿੰਦਗੀ ਦੇ ਨਾਲ ਜੋੜਿਆ, ਬੰਦੇ ਦੀ ਜ਼ਿੰਦਗੀ ਦੇ ਨਾਲ ਜੋੜਿਆ। ਅਸਲ 'ਚ ਗੁਰੂ ਦਾ ਮਕਸਦ ਸਮੁੰਦਰ ਪਾਰ ਕਰਾਉਣਾ ਨਹੀਂ, ਅਸਲ 'ਚ ਗੁਰੂ ਦਾ ਮਕਸਦ ਹੈ ਬੰਦੇ ਨੂੰ ਇਹ ਗੱਲ ਦ੍ਰਿੜ ਕਰਵਾਉਣੀ ਕਿ ਜਿਵੇਂ ਤੁਸੀਂ ਸਮਝਦੇ ਹੋ, ਜਿਵੇਂ ਤੁਹਾਡੇ ਸਮਾਜ 'ਚ ਮਾਨਤਾ ਹੈ ਕਿ ਸਮੁੰਦਰ ਪਾਰ ਕਰਨਾ ਬੜਾ ਕਠਿਨ ਹੈ, ਇਵੇਂ ਹੀ ਇਹਨਾਂ ਵਿਕਾਰਾਂ ਤੋਂ ਉੱਪਰ ਉੱਠਣਾ ਬੜਾ ਕਠਿਨ ਹੈ। ਪਤਾ ਨਹੀਂ ਕਿਹੜੀ ਵਿਕਾਰ ਦੀ ਲਹਿਰ ਨੇ ਆ ਕੇ ਤੇਰੀ ਜੀਵਨ ਦੀ ਇਸ ਨੌਕਾ ਨੂੰ, ਇਸ ਜਹਾਜ਼ ਨੂੰ ਡੋਬ ਦੇਣਾ। ਅਸੀਂ ਪੜ੍ਹਦੇ ਹਾਂ ਨਾ ਬਚਨ, ਲੋਭ ਲਹਿਰ ਅਤ ਨੀਚਰ ਵਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਭਾਵ ਗੁਰੂ ਨੇ ਸਪਸ਼ਟ ਕੀਤਾ ਕਿ ਇੱਥੇ ਲਹਿਰਾਂ ਪਾਣੀ ਦੀਆਂ ਨਹੀਂ, ਇੱਥੇ ਲਹਿਰਾਂ ਕਾਹਦੀਆਂ ਨੇ? ਲੋਭ ਲਹਿਰ, ਇੱਥੇ ਲਾਲਚ ਦੀ ਲਹਿਰ ਹੈ, ਇੱਥੇ ਕਾਮ ਦੀ ਲਹਿਰ ਹੈ, ਇੱਥੇ ਕ੍ਰੋਧ ਦੀ ਲਹਿਰ ਹੈ, ਇੱਥੇ ਅਹੰਕਾਰ ਦੀ ਲਹਿਰ ਹੈ। ਪਤਾ ਨਹੀਂ ਕਿਸ ਲਹਿਰ ਨੇ ਆ ਕੇ ਮੇਰੀ ਜ਼ਿੰਦਗੀ ਦੇ ਨਾਲ ਟਕਰਾਉਣਾ ਹੈ ਅਤੇ ਮੇਰੀ ਜ਼ਿੰਦਗੀ ਦੇ ਇਸ ਜਹਾਜ਼ ਨੂੰ ਡੋਬ ਦੇਣਾ। ਇਸੇ ਕਰਕੇ ਭਗਤ ਨਾਮਦੇਵ ਜੀ ਨੇ ਇਹ ਬਚਨ, ਉਸ ਗੱਲ ਨੂੰ, ਉਹ ਜਿਹੜੀ ਉਦਾਹਰਨ ਗੁਰੂ ਸਾਹਿਬ ਨੇ ਵਰਤੀ ਹੈ, ਉਹਨੂੰ ਖੋਲਣ ਵਾਸਤੇ ਗੱਲ ਲਿਖੀ ਹੈ। ਲੋਭ ਲਹਿਰ ਅਤ ਨੀਚਰ ਵਾਜੈ, ਕਾਇਆ ਡੁੱਬੈ ਕੇਸ਼ਵਾ। ਮੇਰਾ ਸਰੀਰ ਡੁੱਬ ਰਿਹਾ ਹੈ, ਮੇਰੀ ਜ਼ਿੰਦਗੀ ਡੁੱਬ ਰਹੀ ਹੈ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠੁਲਾ। ਫਿਰ ਦੁਬਾਰਾ ਸਮਝਿਓ, ਅੱਜ ਦੇ ਸਮੇਂ 'ਚ ਇਹ ਉਦਾਹਰਣ ਇਉਂ ਮਹਿਸੂਸ ਹੋਏਗੀ ਕਿ ਇਹ ਗੱਲ ਠੀਕ ਜੀ ਨਹੀਂ ਜਾਪਦੀ, ਪਰ ਮੈਂ ਫਿਰ ਬੇਨਤੀ ਕਰਦਾ, ਦਾਨੇ ਸੱਜਣ ਇਸ ਨੂੰ ਕਾਲ ਭੰਗ ਦੋਸ਼ ਕਹਿੰਦੇ ਹਨ। ਇਹਨੂੰ ਕਹਿੰਦੇ ਨੇ ਕਾਲ ਭੰਗ ਦੋਸ਼, ਭਾਵ ਸਮੇਂ ਨੂੰ ਭੰਗ ਕਰਕੇ ਕਿਸੇ ਚੀਜ਼ ਨੂੰ ਸਮਝਣਾ, ਕਿਸੇ ਚੀਜ਼ ਨੂੰ ਜਾਣਨਾ। ਜਿਵੇਂ ਇੱਕ ਦੋਹਰਾ ਆਮ ਕਰਕੇ ਪੜ੍ਹਿਆ ਜਾਂਦਾ ਸੀਗਾ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਜੋ ਲੜੈ ਨਿਤ ਜੰਗ।
ਹੁਣ ਇਸ ਦੋਹਰੇ ਨੂੰ ਜੇ ਅੱਜ ਦੇ ਸਮੇਂ 'ਚ ਦੇਖੋਗੇ, ਤੁਰੰਗ ਦਾ ਮਤਲਬ ਹੁੰਦਾ ਘੋੜੇ ਤੇ ਚੜ੍ਹਨਾ, ਕਿ ਖਾਲਸਾ ਉਹੀ ਹੈ ਜਿਹੜਾ ਘੋੜੇ ਤੇ ਚੜ੍ਹੇਗਾ, ਖਾਲਸਾ ਉਹੀ ਹੈ ਜੋ ਹਰ ਰੋਜ਼ ਸ਼ਸਤਰਾਂ ਦੇ ਨਾਲ ਜੰਗ ਲੜੇਗਾ। ਹੁਣ ਅੱਜ ਦੇ ਸੰਦਰਭ ਜਦੋਂ ਇਸ ਗੱਲ ਨੂੰ ਦੇਖਦੇ ਆ ਤੇ ਬਹੁਤੇ ਬੰਦੇ ਸੋਚਦੇ ਨੇ ਨਾ ਤੇ ਸਾਡੇ ਕੋਲ ਘੋੜੇ ਤੇ ਚੜ੍ਹਿਆ ਜਾਣਾ ਤੇ ਨਾ ਹੀ ਰੋਜ਼ ਤਲਵਾਰਬਾਜ਼ੀ ਕੀਤੀ ਜਾਣੀ, ਫਿਰ ਅਸੀਂ ਤੇ ਖਾਲਸੇ ਬਣ ਹੀ ਨਹੀਂ ਸਕਦੇ। ਹੁਣ ਇੱਥੇ ਗੱਲ ਨੂੰ ਸਮਝਣਾ ਕਿ ਜਿਸ ਵਕਤ ਇਹ ਦੋਹਰਾ ਲਿਖਿਆ ਗਿਆ, ਇਹਨੂੰ ਲਿਖਿਆ ਗਿਆ ਉਸ ਵਕਤ ਸਮਾਂ ਕੀ ਚੱਲ ਰਿਹਾ ਸੀ। ਇਹ ਇੱਕ ਇਤਿਹਾਸਕ ਸਰੋਤ ਹੈ। ਉਸ ਵਕਤ ਸਾਡੇ ਬਜ਼ੁਰਗਾਂ ਤੇ ਸਮਾਂ ਉਹ ਚੱਲ ਰਿਹਾ ਸੀ ਕਿ ਉਹਨਾਂ ਨੂੰ ਹਰ ਰੋਜ਼ ਜੰਗ ਲੜਨੀ ਪੈ ਰਹੀ ਸੀ ਤੇ ਜੰਗ ਦੇ ਵਿੱਚ ਇਹਨਾਂ ਦੀ ਗਿਣਤੀ ਘੱਟ ਸੀ, ਹਮਲਾਵਰਾਂ ਦੀ ਗਿਣਤੀ ਜ਼ਿਆਦਾ ਸੀ। ਜੰਗਲੀ ਵਾਸਾ ਸੀਗਾ, ਪਹਾੜਾਂ 'ਚ ਵਾਸਾ ਸੀ, ਕੰਦਰਾਂ 'ਚ ਵਾਸਾ ਸੀ, ਪਤਾ ਨਹੀਂ ਕਦੋਂ ਹਮਲਾ ਹੋ ਜਾਣਾ ਇਸ ਗੱਲ ਦਾ ਕੋਈ ਪਤਾ ਨਹੀਂ ਸੀ। ਇਸ ਕਰਕੇ ਹਰ ਇੱਕ ਬੰਦੇ ਦੇ ਵਾਸਤੇ ਇਹ ਪੱਕਾ ਕੀਤਾ ਗਿਆ ਜੋ ਸਿੱਖੀ ਨਾਲ ਸੰਬੰਧਿਤ ਸੀ, ਭਾਈ ਘੋੜਾ ਸਿੱਖ ਲਈ। ਕੀ ਪਤਾ ਕਿੱਥੋਂ ਮੌਕਾ ਬਚਾ ਕੇ ਜੰਗ ਲੜਨੀ ਪਏ, ਕੀ ਪਤਾ ਕਿੱਥੋਂ ਮੌਕਾ ਬਚਾ ਕੇ ਜੰਗ 'ਚੋਂ ਮੈਦਾਨ 'ਚੋਂ ਭੱਜਣਾ ਵੀ ਪਵੇ, ਗੁਰਿੱਲਾ ਨੀਤੀ। ਸੋ ਇਸ ਗੱਲ ਨੂੰ ਅਸੀਂ ਸਮੇਂ ਦੇ ਹਿਸਾਬ ਨਾਲ ਉਸ ਵਕਤ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਨਹੀਂ ਸਮਝਾਂਗੇ ਤਾਂ ਇਹ ਕਾਲ ਭੰਗ ਦੋਸ਼ ਹੋ ਜਾਏਗਾ। ਇਹਨੂੰ ਸੱਜਣ ਕਾਲ ਭੰਗ ਦੋਸ਼ ਕਹਿੰਦੇ ਨੇ। ਇਹੀ ਗੱਲ ਬਾਣੀ ਦੇ ਵਿੱਚ ਸਮਝਣ ਵਾਲੀ ਹੈ। ਇਸੇ ਹੀ ਸੰਦਰਭ ਦੇ ਵਿੱਚ ਬਹੁਤ ਸਾਰੀਆਂ ਸਾਖੀਆਂ ਹਨ ਜਿਨ੍ਹਾਂ ਨੂੰ ਜੇ ਅਸੀਂ ਸਮਝਾਂਗੇ ਉਸ ਸਮੇਂ ਦੇ ਹਿਸਾਬ ਨਾਲ ਤਾਂ ਉਹਦੇ 'ਚੋਂ ਸਾਨੂੰ ਕੋਈ ਤੱਤ ਤੇ ਸੱਚ ਨਜ਼ਰ ਆਏਗਾ। ਜੇ ਅੱਜ ਦੇ ਸੰਦਰਭ 'ਚ ਸਮਝਾਂਗੇ ਤੇ ਹੋ ਸਕਦਾ ਉਹ ਗੱਲਾਂ ਸਮੇਂ ਅਤੇ ਸਾਧਨਾਂ ਦੇ ਬਦਲ ਜਾਣ ਦੇ ਨਾਲ ਤੁਹਾਨੂੰ ਠੀਕ ਨਜ਼ਰ ਨਹੀਂ ਆਉਣਗੀਆਂ। ਜਿਨ੍ਹਾਂ 'ਚੋਂ ਮੈਂ ਇੱਕ ਘਟਨਾ ਦਾ ਵਾਰ-ਵਾਰ ਜ਼ਿਕਰ ਕਰਿਆ ਕਰਦਾ, ਉਹ ਹਰ ਇੱਕ ਗੁਰੂ ਸਾਹਿਬ ਨਾਲ ਜੁੜੀ ਹੋਈ ਹੈ। ਉਹ ਹੈ ਪਾਣੀ ਦੀ ਸਮੱਸਿਆ। ਕਿ ਜਿਸ ਵੀ ਗੁਰੂ ਸਾਹਿਬ ਨੇ ਜਿੱਥੇ ਵੀ ਜਾਣਾ ਹੈ, ਉੱਥੇ ਜਦੋਂ ਜਾਂਦੇ ਨੇ ਬੰਦੇ ਬਹੁਤ ਸਾਰੀਆਂ ਸਮੱਸਿਆਵਾਂ ਆਪਣੀਆਂ ਰੱਖਦੇ ਨੇ, ਪਰ ਇੱਕ ਪਾਣੀ ਦੀ ਮੁੱਢਲੀ ਸਮੱਸਿਆ ਹੈ। ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਪੜ੍ਹੋ ਜਾਂ ਬਾਕੀ ਗੁਰੂ ਸਾਹਿਬਾਨ, ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੀ ਯਾਤਰਾ ਕੀਤੀ ਹੈ, ਗੁਰੂ ਹਰਗੋਬਿੰਦ ਸਾਹਿਬ ਨੇ ਯਾਤਰਾ ਕੀਤੀ, ਉਹਨਾਂ ਦੀਆਂ ਸਾਖੀਆਂ ਨੂੰ ਪੜ੍ਹ ਕੇ ਦੇਖੋ। ਆਮ ਬੰਦੇ ਹੀ ਜ਼ਿਕਰ ਕਰਦੇ ਨੇ ਕਿ ਮਹਾਰਾਜ ਸਾਡੇ ਇੱਥੇ ਪਾਣੀ ਦੀ ਬੜੀ ਸਮੱਸਿਆ ਹੈ। ਛੇਹਰਟਾ ਖੂਹ, 6 ਹੱਟਾਂ ਵਾਲਾ ਖੂਹ, ਉਹ ਪਾਣੀ ਦੀ ਸਮੱਸਿਆ ਨੂੰ ਸਾਹਮਣੇ ਰੱਖ ਕੇ ਹੀ ਲਗਾਇਆ ਗਿਆ। ਬੌਲੀਆਂ ਬਣੀਆਂ ਪਾਣੀ ਦੀ ਸਮੱਸਿਆ ਨੂੰ। ਪਾਣੀ ਦੇ ਨਾਲ ਕਿਹੜੀਆਂ ਸਮੱਸਿਆਵਾਂ ਸਨ? 2 ਤਰ੍ਹਾਂ ਦੀਆਂ ਸਮੱਸਿਆਵਾਂ ਸਨ। ਇੱਕ ਜਾਤ ਪਾਤ ਨਾਲ ਜੁੜੀਆਂ ਹੋਈਆਂ ਤੇ ਇੱਕ ਜਿਹੜਾ ਹੈ ਪਾਣੀ ਦੇ ਸਾਧਨ ਵਸੀਲੇ ਦਰਿਆਵਾਂ ਤੋਂ ਦੂਰ ਸਨ। ਜਿਹੜੇ ਬੰਦੇ ਦਰਿਆਵਾਂ ਤੋਂ ਦੂਰ ਸਨ ਉਹਨਾਂ ਦਾ ਜੀਵਨ ਬੜਾ ਔਖਾ ਸੀ। ਹੁਣ ਬਹੁਤੇ ਬੰਦੇ ਦਰਿਆਵਾਂ ਦੇ ਕੰਢੇ ਨਹੀਂ ਰਹਿ ਸਕਦੇ ਸਨ। ਪੁਰਾਣੇ ਸ਼ਹਿਰ ਮਹਿੰਗੇ ਸਨ। ਜਿਵੇਂ ਅੱਜ ਸ਼ਹਿਰ ਵਿੱਚ ਵਸਣਾ ਔਖਾ ਹੈ, ਬਾਕੀ ਜਗ੍ਹਾ ਖਾਲੀ ਆ, ਉੱਥੇ ਰਹਿਣਾ ਸੌਖਾ ਹੈ। ਇਸ ਕਰਕੇ ਬੰਦਿਆਂ ਨੇ ਸੋਚਿਆ ਇਹਦਾ ਹੱਲ ਲੱਭਿਆ ਜਾਏ। ਹੱਲ ਕੋਈ ਲੱਭਿਆ ਨਹੀਂ, ਕਿਉਂਕਿ ਪਾਣੀ ਦੇ ਸਾਧਨ ਨਹੀਂ ਸਨ। ਬਹੁਤੀ ਵਸੋਂ ਦਰਿਆਵਾਂ ਦੇ ਕੰਢੇ ਵਸੇ ਹੋਏ ਸ਼ਹਿਰਾਂ 'ਚ ਸੀ। ਪਰ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ ਸ਼ਹਿਰ ਵਸਾਏ, ਧਿਆਨ ਮਾਰੋ, ਮੁੱਢਲੇ ਸ਼ਹਿਰ ਦਰਿਆਵਾਂ ਦੇ ਕੰਢੇ ਸਨ, ਪਰ ਕੁਝ ਸ਼ਹਿਰ ਉਹਨਾਂ ਨੇ ਜਦੋਂ ਇਹ ਸਾਧਨ ਲੱਭ ਗਏ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਵੀ ਵਸਾਏ। ਉੱਥੇ ਵੀ ਜੀਵਨ ਜਿਹੜਾ ਉਹਨਾਂ ਨੇ ਚਾਲੂ ਕੀਤਾ। ਖੈਰ, ਮੈਂ ਜਿਹੜੀ ਗੱਲ ਸਾਂਝੀ ਕਰ ਰਿਹਾ ਸਾਂ ਉਹ ਇਹ ਹੈ ਕਿ ਪਾਣੀ ਦੀ ਸਮੱਸਿਆ ਸੀ। ਪਾਣੀ ਦੀ ਸਮੱਸਿਆ ਹੋਣ ਕਰਕੇ ਗੁਰੂ ਸਾਹਿਬ ਦੇ ਨਾਲ ਇਹ ਗੱਲਾਂ ਜੁੜੀਆਂ ਨੇ ਕਿ ਗੁਰੂ ਸਾਹਿਬ ਕਿਤੇ ਪੈਰ ਮਾਰਦੇ ਨੇ, ਪਾਣੀ ਨਿਕਲ ਆਉਂਦਾ ਹੈ, ਕਿਤੇ ਉਹਨਾਂ ਦਾ ਘੋੜਾ ਆਪਣਾ ਟੱਪ ਮਾਰਦਾ ਹੈ, ਪਾਣੀ ਨਿਕਲ ਆਉਂਦਾ ਹੈ, ਕਿਤੇ ਉਹ ਆਪ ਤਲਵਾਰ ਦੇ ਨਾਲ ਨਿਸ਼ਾਨ ਲਾਉਂਦੇ ਨੇ, ਪਾਣੀ ਨਿਕਲ ਆਉਂਦਾ ਹੈ। ਇਸ ਤਰ੍ਹਾਂ ਦੀਆਂ ਸਾਖੀਆਂ ਤੁਹਾਨੂੰ ਮਿਲਣਗੀਆਂ। ਸੋ ਜਦੋਂ ਤੁਸੀਂ ਦੇਖੋਗੇ ਉਸ ਸਮੇਂ ਦੇ ਧਰਾਤਲ ਨੂੰ, ਉਸ ਸਮੇਂ ਦੀ ਭੂਗੋਲ ਨੂੰ ਪੜ੍ਹੋਗੇ ਤਾਂ ਉਸ ਵਕਤ ਪਾਣੀ ਦਾ ਵਾਟਰ ਲੈਵਲ ਬੜਾ ਉੱਚਾ ਸੀ। ਅੱਜ ਤੋਂ 40-50 ਸਾਲ ਦਾ ਵਾਟਰ ਲੈਵਲ ਵੀ ਬੜਾ, ਪਾਣੀ ਦਾ ਲੈਵਲ ਬੜਾ ਉੱਚਾ ਹੈ। ਆਹ ਤਾਂ ਹੁਣ ਪਾਣੀ ਦੇ ਲੈਵਲ ਨੀਵੇਂ ਗਏ ਨੇ ਕਿਉਂਕਿ ਦਰਿਆਵਾਂ ਦੇ ਵਹਿਣ ਮੋੜ ਦਿੱਤੇ ਗਏ, ਪੱਕੀਆਂ ਨਹਿਰਾਂ ਬਣ ਗਈਆਂ, ਉਹਦੇ ਨਾਲ ਬਹੁਤ ਜ਼ਿਆਦਾ ਕੁਝ ਬਦਲਿਆ ਹੈ, ਬਹੁਤ ਕੁਝ ਪਰਿਵਰਤਿਤ ਹੋਇਆ ਹੈ। ਸੋ ਲੋਕਾਂ ਦੇ ਅੰਦਰ ਬ੍ਰਾਹਮਣ ਨੇ, ਪੁਜਾਰੀ ਨੇ ਇੱਕ ਡਰ ਪਾਇਆ ਸੀ ਕਿ ਧਰਤੀ ਨੂੰ ਖੋਦਣਾ ਨਹੀਂ ਹੈ, ਇਹਨੂੰ ਉਦੋਂ ਹੀ ਖੋਦਣਾ ਹੈ ਜਦੋਂ ਮੈਂ ਕਹਾਂਗਾ। ਇੱਕ ਆਮ ਗੱਲ ਪ੍ਰਚਲਿਤ ਸੀ, ਕਿਸਾਨ ਪੁਜਾਰੀ ਕੋਲ ਜਾਂਦਾ ਸੀ, ਪੁੱਛਦਾ ਸੀ ਕਿ ਧਰਤੀ ਸੁੱਤੀ ਹੈ ਕਿ ਜਾਗਦੀ ਹੈ। ਪੁਜਾਰੀ ਦੱਸਦਾ ਸੀ, ਫਿਰ ਹੀ ਉਹ ਧਰਤੀ ਨੂੰ ਵਾਹੁੰਦਾ ਜਾਂ ਉਹਨੂੰ ਪੁੱਟਦਾ ਸੀਗਾ। ਇਸ ਕਰਕੇ ਆਮ ਬੰਦਾ ਧਰਤੀ ਨੂੰ ਡਰਦਾ, ਖੋਦਦਾ ਨਹੀਂ ਸੀ। ਸਤਿਗੁਰੂ ਨੇ ਪਹਿਲਾਂ ਬੰਦਿਆਂ ਦੇ ਅੰਦਰੋਂ ਇਹ ਡਰ ਚੱਕਿਆ ਕਿ ਇਹ ਤੁਹਾਡੀ ਮਾਂ ਵਰਗੀ ਹੈ। ਜਿਵੇਂ ਮਾਂ ਤੁਹਾਡੇ ਵਾਸਤੇ ਕਸ਼ਟ ਸਹਾਰਦੀ ਹੈ, ਦੁੱਖ ਸਹਿੰਦੀ ਹੈ,
ਇਹ ਵੀ ਦੁੱਖ ਸਹੇਗੀ ਪਰ ਤੁਹਾਡਾ ਢਿੱਡ ਪਾਲੇਗੀ। ਇਹ ਮਨ, ਇਹ ਡਰ ਅੰਦਰੋਂ ਚੱਕ ਦਿੱਤਾ, ਤੁਸੀਂ ਇਹਨੂੰ ਖੋਦੋ, ਇਹਨੂੰ ਵਾਹੋ। ਉਸ ਤੋਂ ਬਾਅਦ ਸਤਿਗੁਰ ਨੇ ਲੋਕਾਂ ਨੂੰ ਇਸ ਗੱਲ ਦੀ ਸਮਝ ਦਿੱਤੀ ਹੈ, ਉਹਨਾਂ ਲੋਕਾਂ ਦੇ ਨਾਲ ਮਿਲਾਪ ਕਰਾਇਆ ਜਿਹੜੇ ਲੋਕ ਪਾਣੀ ਦੇ ਭੇਦ ਨੂੰ ਜਾਣਦੇ ਸਨ। ਗੁਰੂ ਰਾਮਦਾਸ ਮਹਾਰਾਜ ਜੀ ਦਾ ਇੱਕ ਸ਼ਬਦ ਆਉਂਦਾ ਹੈ, ਤੁਸੀਂ ਉਹਨੂੰ ਧਿਆਨ ਨਾਲ ਪੜ੍ਹਿਓ। ਓਡਾ, ਓਡਾ ਸ਼ਬਦ ਆਉਂਦਾ ਇੱਕ, ਓਡਾ ਅਸਲ 'ਚ ਸ਼ਬਦ ਹੈ ਓਡ। ਓਡ ਇੱਕ ਬਰਾਦਰੀ ਹੈ। ਉਹਨਾਂ ਦੇ ਬਾਰੇ ਜਦੋਂ ਤੁਸੀਂ ਮਹਾਨ ਕੋਸ਼ ਜਾਂ ਪੁਰਾਣੇ ਕੋਸ਼ 'ਚੋਂ ਪੜ੍ਹੋਗੇ, ਅਸਲ 'ਚ ਇਹ ਲੋਕ ਬੱਕਰੀਆਂ ਚਾਰਨ ਦਾ ਮੁਰਸਥਲ ਦੇ ਵਿੱਚ ਕੰਮ ਕਰਿਆ ਕਰਦੇ ਸਨ। ਇਹਨਾਂ ਦਾ ਪਿਛੋਕੜ ਜਿਹੜਾ ਉਸ ਧਰਤੀ ਦੇ ਨਾਲ ਹੈ ਜਿੱਥੇ ਪਾਣੀ ਬਿਲਕੁਲ ਵੀ ਨਹੀਂ ਸੀਗਾ। ਇਸੇ ਕਰਕੇ ਇਹਨਾਂ ਨੂੰ ਧਰਤੀ ਦੇ ਥੱਲੇ ਪਾਣੀ ਦੇ ਤਜਰਬੇ ਦਾ ਬਹੁਤਾ ਪਤਾ ਸੀ। ਇਹਨਾਂ ਕੋਲ ਭੇਡਾਂ ਸਨ। ਭੇਡਾਂ ਨੂੰ ਕੁਦਰਤੀ ਇਹ ਬਖਸ਼ ਸੀ ਕਿ ਉਹ ਉਸ ਜਗ੍ਹਾ ਤੇ ਘੇਰਾ ਕੱਤ ਕੇ ਬੈਠਦੀਆਂ ਸਨ ਜਿੱਥੇ ਪਾਣੀ ਦੇ ਸੋਤ ਥੱਲੇ ਹੋਇਆ ਕਰਦੇ ਸਨ। ਉਹਨਾਂ ਨੂੰ ਇਹ ਕੁਦਰਤੀ ਬਖਸ਼ ਸੀ। ਜਦੋਂ ਤੁਸੀਂ ਮਹਾਨ ਕੋਸ਼ ਜਾਂ ਪੁਰਾਣੇ ਕੋਸ਼ਾਂ ਨੂੰ ਪੜ੍ਹੋਗੇ, ਉਹਨਾਂ 'ਚ ਇਹ ਗੱਲ ਸੀ। ਸੋ ਐਸੇ ਬੰਦਿਆਂ ਦੀ ਮਦਦ ਦੇ ਨਾਲ ਸਤਿਗੁਰ ਨੇ ਲੋਕਾਂ ਦੇ ਅੰਦਰੋਂ ਇਹ ਭੇਦ ਭਾਵ ਚੱਕ ਦਿੱਤਾ, ਇਹ ਭਰਮ ਚੱਕ ਦਿੱਤਾ ਕਿ ਇਸ ਧਰਤੀ 'ਚ ਪਾਣੀ ਹੈ। ਇਸੇ ਕਰਕੇ ਸਾਖੀਆਂ ਜੁੜੀਆਂ। ਪਰ ਉਹਨਾਂ ਨੂੰ ਜੇ ਤੁਸੀਂ ਅੱਜ ਦੇਖੋਗੇ, ਅੱਜ ਦੇ ਸੰਦਰਭ 'ਚ ਦੇਖੋਗੇ ਕਿ ਪੈਰ ਮਾਰਿਆ ਪਾਣੀ ਪੈਦਾ ਨਹੀਂ ਹੋਇਆ। ਅਸਲ 'ਚ ਸਤਿਗੁਰ ਨੇ ਜੋ ਅਸਲ ਤੱਤ ਸੀ ਉਹਨਾਂ ਨੂੰ ਸਮਝਾਇਆ ਕਿ ਅਸਲ 'ਚ ਧਰਤੀ ਦੇ ਥੱਲੇ ਪਾਣੀ ਹੈ। ਤੁਸੀਂ ਇਹਨੂੰ ਪੁੱਟ ਕੇ ਦੇਖੋ, ਖੋਦ ਕੇ ਦੇਖੋ। ਹਾਂ, ਸ਼ੁਰੂਆਤ ਗੁਰੂ ਸਾਹਿਬ ਨੇ ਕੀਤੀ ਕਿ ਆਹ ਵੇਖੋ, ਇੱਥੋਂ ਮੈਂ ਖੋਦ ਦਿੱਤਾ, ਸਭ ਤੋਂ ਪਹਿਲਾਂ ਮੈਂ ਖੋਦਿਆ ਹੈ ਨਾ, ਇਹ ਧਰਤੀ ਜੇ ਨੁਕਸਾਨ ਕਰੇਗੀ ਮੇਰਾ ਕਰੇਗੀ, ਮੈਂ ਅੱਗੇ ਲੱਗਦਾ। ਗੁਰੂ ਸਾਹਿਬ ਅੱਗੇ ਲੱਗੇ, ਪਿੱਛੇ ਲੋਕ ਲੱਗੇ, ਮਸਲਾ ਹੱਲ ਹੁੰਦਾ ਗਿਆ। ਸੋ ਉਸ ਸੰਦਰਭ 'ਚ ਅਸੀਂ ਉਹਨਾਂ ਸਾਖੀਆਂ ਨੂੰ ਸਮਝਣਾ। ਜੇ ਨਹੀਂ ਸਮਝਾਂਗੇ ਤਾਂ ਇਹਨੂੰ ਕਹਿੰਦੇ ਨੇ ਕਾਲ ਭੰਗ ਦੋਸ਼। ਆਪਾਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਕਿ ਅੱਜ ਦੇ ਸ਼ਬਦ 'ਚ ਜ਼ਿਕਰ ਆਇਆ, ਗੁਰਦੇਵ ਜ਼ਿਕਰ ਕਰਦੇ ਨੇ, ਕਹਿੰਦੇ ਭਾਣੈ ਭਵਜਲ ਲੰਘੀ ਹੈ। ਇੱਥੇ ਭਵਜਲ ਦਾ ਮਤਲਬ ਹੈ ਸੰਸਾਰ, ਸਾਗਰ ਨੂੰ, ਭਾਵ ਸਮੁੰਦਰ ਨੂੰ ਤਰਨਾ। ਮੈਂ ਇਸ ਉਦਾਹਰਣ ਦਾ ਜ਼ਿਕਰ ਕਰ ਰਿਹਾ ਸਾਂ ਕਿ ਬਾਣੀ 'ਚ ਵਾਰ-ਵਾਰ ਇਹ ਉਦਾਹਰਣ ਆਉਂਦੀ ਹੈ, ਬਹੁਤ ਸਾਰੇ ਸ਼ਬਦਾਂ 'ਚ ਆਉਂਦੀ ਹੈ। ਤੇ ਅੱਜ ਜੇ ਸਾਡਾ ਕੋਈ ਬੱਚਾ ਇਸ ਸ਼ਬਦ ਨੂੰ ਪੜ੍ਹੇ ਜਾਂ ਅਸੀਂ ਪੜ੍ਹੀਏ ਕਿ ਸਮੁੰਦਰ ਪਾਰ ਕਰਨਾ ਤੇ ਬੜਾ ਸੌਖਾ ਹੈ, ਪਰ ਉਹਨਾਂ ਸਮਿਆਂ ਵਿੱਚ ਸਮੁੰਦਰ ਨੂੰ ਪਾਰ ਕਰਨਾ ਬੜਾ ਔਖਾ ਸੀਗਾ। ਇਸ ਕਰਕੇ ਅਸੀਂ ਇਸ ਉਦਾਹਰਣ ਨੂੰ ਉਸ ਸਮੇਂ ਸਮਝਣਾ, ਅੱਜ ਦੇ ਸਮੇਂ 'ਚ ਨਹੀਂ ਸਮਝਣਾ ਹੈ, ਕਿਉਂਕਿ ਇਹ ਕੰਮ ਉਸ ਵੇਲੇ ਕਠਿਨ ਸੀਗਾ, ਬਹੁਤ ਔਖਾ ਸੀ। ਗੁਰਦੇਵ ਕਹਿੰਦੇ ਭਾਣੇ ਦੇ ਵਿੱਚ ਹੀ ਭਵਜਲ ਲੰਘਿਆ ਜਾ ਸਕਦਾ, ਉਹਦੇ ਹੁਕਮ 'ਚ ਹੀ ਤਰਿਆ ਜਾ ਸਕਦਾ, ਪਾਰ ਕੀਤਾ ਜਾ ਸਕਦਾ। ਭਾਣੈ ਭਵਜਲ ਲੰਘੀਐ, ਭਾਣੈ ਮੰਝ ਪਰਿਆਸ ਜਿਓ। ਮੰਝ, ਮੰਝ ਕਹਿੰਦੇ ਨੇ ਵਿਚਕਾਰ ਨੂੰ, ਮੰਝ ਕਹਿੰਦੇ ਨੇ ਵਿਚਕਾਰ ਨੂੰ। ਤੇ ਪਰਿਆਸ, ਪਰਿਆਸ ਕਹਿੰਦੇ ਨੇ ਕਿਸੇ ਚੀਜ਼ ਦਾ ਭਰ ਜਾਣਾ। ਜਿਵੇਂ ਬੇੜਾ ਸਮੁੰਦਰ ਵਿੱਚ ਵਾੜ ਦਿੱਤਾ, ਉਹਦੇ 'ਚ ਕੋਈ ਦਿੱਕਤ ਆ ਗਈ, ਤੂਫਾਨ ਆ ਗਿਆ ਜਾਂ ਬੇੜੇ 'ਚ ਛੇਕ ਹੋ ਗਏ, ਤਾਂ ਉਹ ਬੇੜਾ ਕੀ ਹੈ, ਪਾਣੀ ਦਾ ਭਰ ਜਾਂਦਾ ਹੈ। ਪਾਣੀ ਦਾ ਬੇੜਾ ਭਰ ਜਾਏ ਤੇ ਡੁੱਬ ਜਾਂਦਾ ਹੈ। ਕਹਿੰਦੇ ਸਮੁੰਦਰ ਨੂੰ ਪਾਰ ਕਰਨਾ ਵੀ ਉਹਦੇ ਭਾਣੇ 'ਚ ਹੈ ਤੇ ਸਮੁੰਦਰ ਵਿੱਚ ਡੁੱਬ ਜਾਣਾ ਵੀ ਉਹਦੇ ਭਾਣੇ 'ਚ ਹੈ। ਦੋਵੇਂ ਚੀਜ਼ਾਂ ਉਹਦੇ ਹੁਕਮ 'ਚ ਨੇ, ਉਹਦੇ ਹੁਕਮ ਤੋਂ ਬਾਹਰ ਨਹੀਂ ਗਈਆਂ। ਗੁਰਦੇਵ ਅੱਗੇ ਜ਼ਿਕਰ ਕਰਦੇ, ਭਾਣੈ ਸੋ ਸ਼ਹਿ ਰੰਗਲਾ, ਸਿਫਤ ਰਤਾ ਗੁਣ ਤਾਸ ਜਿਓ। ਗੁਰਮੁਖ ਇਹ ਗੱਲ ਆਖਦਾ, ਇਹ ਸਾਰੀਆਂ ਗੱਲਾਂ ਗੁਰਮੁਖ ਕਹਿ ਰਿਹਾ ਜਿਹੜੀਆਂ ਅਸੀਂ ਵਿਚਾਰ ਰਹੇ ਹਾਂ। ਇਹ ਗੁਰਮੁਖ ਦੀ ਸੋਚ ਇਹ ਹੈ ਕਿ ਉਹਦੇ ਹੁਕਮ 'ਚ ਹੀ ਸਮੁੰਦਰ ਪਾਰ ਕੀਤਾ ਜਾ ਸਕਦਾ ਹੈ, ਉਹਦੇ ਹੁਕਮ 'ਚ ਹੀ ਸਮੁੰਦਰ 'ਚ ਡੁੱਬਿਆ ਜਾ ਸਕਦਾ ਹੈ। ਅੱਗੇ ਜ਼ਿਕਰ ਕਰਦੇ, ਭਾਣੈ ਸੋ ਸ਼ਹਿ ਰੰਗਲਾ, ਕਹਿੰਦੇ ਉਹਦੇ ਹੁਕਮ ਦੇ ਵਿੱਚ ਹੀ ਪਰਮੇਸ਼ਰ ਨੂੰ ਰੰਗਲਾ, ਰੰਗਲਾ ਦਾ ਭਾਵ ਹੈ ਜਿਹੜਾ ਬੜਾ ਖੁਸ਼ੀ ਦੇ ਵਿੱਚ ਹੈ, ਖੇੜੇ ਦੇ ਵਿੱਚ ਹੈ। ਇੱਥੇ ਇੱਕ ਗੱਲ ਸਮਝਿਓ, ਜਦੋਂ ਤੁਸੀਂ ਸਨਾਤਨ ਮਤ ਨੂੰ ਪੜ੍ਹੋਗੇ, ਉੱਥੇ ਤੁਸੀਂ ਪਰਮੇਸ਼ਰ ਦੀ ਵਿਆਖਿਆ ਪੜ੍ਹੋ। ਜਿਵੇਂ ਉਹਨਾਂ ਨੇ ਪਰਮੇਸ਼ਰ ਦੀ ਵਿਆਖਿਆ ਕੀਤੀ, ਉਹਨਾਂ ਨੇ ਪਰਮੇਸ਼ਰ ਦੀ ਵਿਆਖਿਆ ਬੜੀ ਖੌਫਨਾਕ ਕੀਤੀ ਹੈ। ਤੁਸੀਂ ਉਹਨਾਂ ਦੀਆਂ ਬਣੀਆਂ ਹੋਈਆਂ ਮੂਰਤੀਆਂ ਨੂੰ ਦੇਖੋ, ਉਹਦੇ ਬਣੇ ਹੋਏ ਸਾਈਨ ਦੇਖੋ, ਉਹ ਸਾਈਨ ਜਿਹੜੇ ਨੇ ਉਹ ਬੜੇ ਖੌਫਨਾਕ ਨੇ। ਡਰ, ਉਹਨਾਂ ਤਸਵੀਰਾਂ ਨੂੰ ਦੇਖ ਕੇ ਇੱਕ ਡਰ ਬੰਦੇ ਦੇ ਅੰਦਰ ਪੈਦਾ ਹੁੰਦਾ ਹੈ। ਭਾਵ ਰੱਬ ਨੂੰ ਇਸ ਤਰ੍ਹਾਂ ਦਾ ਪੇਸ਼ ਕੀਤਾ ਗਿਆ ਉਹਨਾਂ ਵੱਲੋਂ ਕਿ ਰੱਬ ਇੱਕ ਬੜੀ ਖੌਫ ਜ਼ਦਾ ਚੀਜ਼ ਹੈ ਜਿਹਦੇ ਤੋਂ ਤੁਹਾਨੂੰ ਡਰਨਾ ਚਾਹੀਦਾ ਹੈ। ਪਰ ਜਦੋਂ ਤੁਸੀਂ ਗੁਰਬਾਣੀ ਪੜ੍ਹੋ, ਬਾਣੀ 'ਚ ਜਿਹੜੀ ਰੱਬ ਦੀ ਤਸਵੀਰ ਹੈ ਉਹ ਖੌਫ ਜ਼ਿਆਦਾ ਨਹੀਂ ਹੈ, ਬਿਲਕੁਲ ਡਰ ਵਾਲੀ ਨਹੀਂ ਹੈ। ਇੱਥੇ ਤਾਂ ਇਹ ਗੱਲ ਕਹੀ ਗਈ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ, ਮੋਰਾ ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ।
ਇੱਥੇ ਰੱਬ ਨੂੰ ਰੰਗਲਾ ਕਿਹਾ ਗਿਆ। ਰੰਗਲਾ ਦਾ ਮਤਲਬ ਕੀ ਹੈ? ਤੁਸੀਂ ਆਮ ਵੀ ਆਪਸ 'ਚ ਗੱਲਾਂ ਕਰਦੇ ਹੋ, ਜਿਹੜਾ ਬੰਦਾ ਬੜਾ ਖੁਸ਼ ਮਿਜਾਜ ਹੋਏ ਆਪਾਂ ਕਹਿ ਦਿੰਦੇ ਆ ਕਿ ਯਾਰ ਫਲਾਣਾ ਬੰਦਾ ਤੇ ਬੜਾ ਰੰਗਲਾ ਹੈ, ਜਿੱਥੇ ਵੀ ਜਾਂਦਾ ਰੌਣਕ ਹੀ ਲਾ ਦਿੰਦਾ ਹੈ। ਅਸੀਂ ਇਹ ਸ਼ਬਦ ਵਰਤਦੇ ਹਾਂ। ਇਵੇਂ ਸਤਿਗੁਰ ਨੇ ਕਿਹਾ ਰੱਬ ਖੌਫ ਜ਼ਦਾ ਨਹੀਂ ਹੈ, ਉਹਦੇ ਤੋਂ ਡਰਨਾ ਨਹੀਂ ਚਾਹੀਦਾ। ਉਹ ਬੜਾ ਰੰਗਲਾ ਹੈ, ਉਹ ਬੜਾ ਰਮਣੀਕ ਹੈ, ਉਹ ਜਿੱਥੇ ਵੀ ਹੈ ਉਹਨੇ ਰੌਣਕ ਲਾਈ ਹੋਈ ਹੈ। ਉਹ ਜਿੱਥੇ ਵੀ ਹੈ ਉਹਦੇ ਤੱਤ ਨੇ ਜਿਹੜਾ ਰੰਗਲਾ ਸੰਸਾਰ ਪੈਦਾ ਕੀਤਾ ਹੈ। ਸੋ ਇੱਥੇ ਭਾਵ ਇਹ ਸਤਿਗੁਰ ਨੇ ਦਿੱਤਾ ਹੈ, ਭਾਣੈ ਸੋ ਸ਼ਹਿ ਰੰਗਲਾ। ਉਹਦੇ ਹੁਕਮ 'ਚ ਇਹ ਗੱਲ ਸਮਝ ਆਉਂਦੀ ਹੈ ਕਿ ਰੱਬ ਬੜਾ ਰੰਗਲਾ ਹੈ, ਉਹ ਖੌਫ ਜ਼ਿਆਦਾ ਨਹੀਂ, ਉਹਦੇ ਤੋਂ ਡਰਨਾ ਨਹੀਂ ਚਾਹੀਦਾ। ਉਹਦਾ ਡਰ ਜਿਹੜਾ ਮਨ 'ਚ ਵਸਾ ਕੇ ਜਿਉਣਾ ਨਹੀਂ ਚਾਹੀਦਾ। ਤਾਂ ਹੀ ਦੇਖੋ ਗੁਰਬਾਣੀ ਦੇ ਕੁਝ ਸ਼ਬਦ ਐਸੇ ਨੇ ਜਿੱਥੇ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਵੱਲੋਂ ਇਹ ਗੱਲ ਕਹੀ ਗਈ ਕਿ ਰੱਬ ਤੇ ਮਾਂ ਦੇ ਵਰਗਾ ਹੈ। ਇਹ ਉਦਾਹਰਨ ਬੜੀ ਵਾਰੀ ਵਰਤੀ ਗਈ। ਜਿਵੇਂ ਇੱਕ ਬੱਚਾ ਆਪਣੀ ਮਾਂ ਜਿੰਨਾ ਮਰਜ਼ੀ ਉਹਨੂੰ ਮਾਰੇ ਪਰ ਉਹਦੇ ਕੋਲੋਂ ਡਰਦਾ ਨਹੀਂ ਹੈ, ਉਹਦੇ ਨੇੜੇ ਫੇਰ ਚਲਾ ਜਾਂਦਾ ਹੈ। ਇਹ ਪ੍ਰਵਿਰਤੀ ਇਕੱਲੀ ਬੰਦਿਆਂ 'ਚ ਨਹੀਂ, ਪਸ਼ੂਆਂ 'ਚ ਵੀ ਹੈ। ਤੁਸੀਂ ਦੇਖਣਾ ਕਈ ਵਾਰ ਮਾਲ ਪਸ਼ੂਆਂ 'ਚ ਵੀ ਆਪਾਂ ਇਹ ਚੀਜ਼ ਆਪਣੇ ਘਰਾਂ 'ਚ ਦੇਖੀ ਹੈ ਕਿ ਕਈ ਵਾਰ ਬੇਸ਼ੱਕ ਭਾਵੇਂ ਮਾਂ ਜਾਨਵਰ ਦੁੱਧ ਪਿਆਉਣ ਨੂੰ ਚੋਗਾ ਦੇਣ ਨੂੰ ਰਾਜੀ ਨਹੀਂ, ਪਰ ਬੱਚਾ ਫਿਰ ਉਹਦੇ ਲਾਗੇ ਜਾਂਦਾ, ਉਹ ਲੱਤਾਂ ਮਾਰਦੀ ਹੈ। ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੇ ਬੱਚੇ ਨਾਲ ਮੋਹ ਨਹੀਂ ਕਰਦੀ। ਤੁਸੀਂ ਉਹਦੇ ਬੱਚੇ ਨੂੰ ਉਹਦੇ ਤੋਂ ਦੂਰ ਲਿਜਾ ਕੇ ਦੇਖੋ, ਉਹ ਇੱਕ ਦਰਦ ਮਹਿਸੂਸ ਕਰਦੀ। ਇਹ ਕੁਦਰਤ ਦਾ ਸਾਂਝਾ ਇੱਕ ਗੁਣ ਹੈ। ਤਾਂ ਸਤਿਗੁਰ ਨੇ ਉਸ ਉਦਾਹਰਨ ਦੇ ਨਾਲ ਇਸ ਗੱਲ ਨੂੰ ਤੁਲਨਾ ਦਿੱਤੀ ਕਿ ਜਿਵੇਂ ਇੱਕ ਬੱਚਾ ਮਾਂ ਦੇ ਲਾਗੇ, ਮਾਂ ਉਹਨੂੰ ਲੱਖ ਝਿੜਕਾਂ ਮਾਰਦੀ ਹੈ, ਲੱਖ ਗੁੱਸੇ ਹੁੰਦੀ ਹੈ, ਪਰ ਫੇਰ ਵੀ ਉਹ ਬੱਚਾ ਮਾਂ ਤੋਂ ਦੂਰ ਨਹੀਂ ਜਾਂਦਾ। ਰੱਬ ਵੀ ਮਾਂ ਦੇ ਵਰਗਾ ਹੈ। ਉਹ ਬੇਸ਼ੱਕ ਭਾਵੇਂ ਜ਼ਿੰਦਗੀ 'ਚ ਸਾਨੂੰ ਉਹਦੇ ਹੁਕਮ 'ਚ ਕਸ਼ਟ ਆਉਂਦੇ ਨੇ, ਦੁੱਖ ਆਉਂਦੇ ਨੇ, ਪਰ ਫੇਰ ਵੀ ਉਹ ਖੌਫ ਜ਼ਿਆਦਾ ਨਹੀਂ, ਉਹਦੇ ਤੋਂ ਡਰਨਾ ਨਹੀਂ ਚਾਹੀਦਾ। ਤਾਂ ਹੀ ਬਾਣੀ ਵਿੱਚ ਨਿਰਮਲ ਭਉ ਦੀ ਗੱਲ ਕੀਤੀ ਗਈ। ਜਿਹੜਾ ਡਰ ਵੀ ਰੱਬ ਦਾ ਹੈ ਨਾ, ਉਹਦੇ ਨਾਲ ਇੱਕ ਸ਼ਬਦ ਗੁਰੂ ਨਾਨਕ ਸਾਹਿਬ ਨੇ ਜੋੜਿਆ ਹੈ, ਨਿਰਮਲ ਭਉ। ਜਦੋਂ ਅਸੀਂ ਲਾਵਾਂ ਪੜ੍ਹਦੇ ਹਾਂ ਉਹਦੇ 'ਚ ਵੀ ਜ਼ਿਕਰ ਹੁੰਦਾ ਹੈ, ਨਿਰਮਲ ਭਉ ਪਾਇਆ ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੇ। ਬਾਣੀ 'ਚ ਇਕੱਲੇ ਡਰ ਦਾ ਜ਼ਿਕਰ ਨਹੀਂ, ਡਰ ਦੇ ਨਾਲ ਇੱਕ ਹੋਰ ਚੀਜ਼ ਜੋੜੀ ਗਈ ਜਿਹਨੂੰ ਆਖਿਆ ਗਿਆ ਨਿਰਮਲ ਭਉ। ਨਿਰਮਲ ਡਰ। ਹੁਣ ਨਿਰਮਲ ਡਰ ਕਿਹੜਾ ਹੈ? ਜਿਹਦੇ 'ਚ ਮੈਲ ਨਹੀਂ। ਮੈਲ ਨਹੀਂ, ਕਿਹੜੇ ਡਰ 'ਚ ਮੈਲ ਨਹੀਂ? ਭਾਵ ਜਿੱਥੇ ਡਰ ਤੇ ਦਿੱਤਾ ਗਿਆ, ਪਰ ਇਸ ਕਰਕੇ ਨਹੀਂ ਕਿ ਇਹ ਮੇਰੇ ਤੋਂ ਡਰੇ, ਇਸ ਕਰਕੇ ਕਿ ਇਹ ਕੋਈ ਗਲਤੀ ਨਾ ਕਰੇ। ਇਹ ਫਰਕ ਹੈ। ਜਿੱਥੇ ਬੰਦਾ ਇਸ ਕਰਕੇ ਕਿਸੇ ਨੂੰ ਡਰਾ ਰਿਹਾ ਹੈ ਕਿ ਇਹ ਮੇਰੇ ਤੋਂ ਡਰੇ, ਉਹ ਨਿਰਮਲ ਭਉ ਨਹੀਂ ਹੈ। ਇਸ ਨੂੰ ਨਿਰਮਲ ਭਉ ਆਖਿਆ ਬਾਣੀ ਨੇ ਕਿ ਇਹਨੂੰ ਡਰਾਇਆ ਤੇ ਗਿਆ, ਸਾਨੂੰ ਡਰਾਇਆ ਤੇ ਗਿਆ, ਪਰ ਇਸ ਕਰਕੇ ਕਿ ਸਾਡੇ ਇਸ ਡਰ ਨਾਲ ਇਹਦਾ ਹੀ ਭਲਾ ਹੋਏ। ਜਿਹਨੂੰ ਬਾਣੀ ਨੇ ਇਉਂ ਵੀ ਆਖਿਆ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਹੁਣ ਸਾਡਾ ਡਰ ਗਵਾਚ ਗਿਆ। ਡਰ 'ਚ ਸਾਡਾ ਨੁਕਸਾਨ ਹੀ ਸੀ ਨਾ। ਡਰ 'ਚ ਸਾਨੂੰ ਡਰ ਲੱਗਦਾ ਸੀ ਤੇ ਇਹਦੇ 'ਚ ਕਿਹਦਾ ਨੁਕਸਾਨ ਸੀਗਾ? ਕਿਸੇ ਦੂਜੇ ਦਾ ਥੋੜਾ। ਮੰਨ ਲਓ ਮੈਨੂੰ ਡਰ ਲੱਗਦਾ ਹੈ, ਇਹਦੇ 'ਚ ਕਿਹਦਾ ਨੁਕਸਾਨ ਹੈ? ਕਿਸੇ ਦੂਜੇ ਦਾ ਥੋੜਾ, ਮੇਰਾ ਹੀ ਨੁਕਸਾਨ ਹੈ ਨਾ। ਤੇ ਕਹਿੰਦੇ ਮੇਰਾ ਭਲਾ ਕਰਨ ਵਾਸਤੇ ਰੱਬ ਨੇ ਮੈਨੂੰ ਕੀ ਦਿੱਤਾ ਹੈ? ਨਿਰਮਲ ਭਉ ਦਿੱਤਾ ਹੈ। ਇਹਦਾ ਭਾਵ ਇਹ ਹੈ। ਸੋ ਸਤਿਗੁਰੂ ਜੀ ਜ਼ਿਕਰ ਕਰਦੇ, ਕਹਿੰਦੇ ਭਾਣੈ ਭਵਜਲ ਲੰਘੀਐ, ਭਾਣੈ ਮੰਝ ਪਰਿਆਸ ਜੀਓ, ਭਾਣੈ ਸੋ ਸ਼ਹਿ ਰੰਗਲਾ। ਭਾਣੇ ਦੇ ਵਿੱਚ ਹੀ ਉਹ ਰੱਬ ਰੰਗਲਾ ਨਜ਼ਰ ਆਉਂਦਾ ਹੈ, ਡਰਾਵਣਾ ਨਜ਼ਰ ਨਹੀਂ ਆਉਂਦਾ। ਉਹ ਡਰਾਕਲ, ਉਹ ਡਰਾਵਣਾ ਨਹੀਂ ਹੈ, ਉਹ ਰੰਗਲਾ ਹੈ। ਗੁਰਦੇਵ ਕਹਿੰਦੇ ਸਿਫਤ ਰਤਾ ਗੁਣ ਤਾਸ ਜੀਓ। ਤਿਉਂ ਮਹਿਸੂਸ ਹੁੰਦਾ ਹੈ ਕਿ ਇਹ ਸਾਰੀ ਕੁਦਰਤ ਜਿਹੜੀ ਹੈ ਉਹਦੀ ਸਿਫਤ ਦੇ ਵਿੱਚ ਕੀ ਹੈ? ਰਤੀ ਪਈ। ਹਰ ਇੱਕ ਚੀਜ਼ ਜਿਹੜੀ ਹੈ ਉਹਦੇ ਗੁਣ ਗਾ ਰਹੀ ਹੈ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਅਸੀਂ ਕੇਵਲ ਇਹੀ ਸੋਚਦੇ ਹਾਂ ਕਿ ਬੰਦੇ ਹੀ ਉਹਦੀ ਸਿਫਤ ਕਰਦੇ ਨੇ, ਪਰ ਜਦੋਂ ਮੁਕੰਮਲ ਬਾਣੀ ਨੂੰ ਪੜ੍ਹੋ, ਮੁਕੰਮਲ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਇਕੱਲੇ ਬੰਦੇ ਦਾ ਜ਼ਿਕਰ ਨਹੀਂ ਕੀਤਾ। ਗੁਰਦੇਵ ਨੇ ਕੁਦਰਤ ਦੀ ਹਰ ਇੱਕ ਚੀਜ਼ ਨੂੰ ਆਖਿਆ ਕਿ ਉਹਦੀ ਸਿਫਤ ਕਰ ਰਹੀ ਹੈ, ਹਰ ਇੱਕ ਚੀਜ਼। ਮੈਂ ਬਾਬਾ ਫਰੀਦ ਸਾਹਿਬ ਦਾ ਇੱਕ ਬਚਨ ਬੜੀ ਵਾਰ ਤੁਹਾਡੇ ਨਾਲ ਸਾਂਝਾ ਕੀਤਾ। ਬਾਬਾ ਫਰੀਦ ਸਾਹਿਬ ਆਪਣੀ ਉਸ ਅੰਦਰ ਦੀ ਸੁਰਤ ਨਾਲ ਇਹ ਗੱਲ ਕਹਿੰਦੇ ਨੇ ਫਰੀਦਾ ਬਲਿਹਾਰੀ ਤਿੰਨ ਪੰਖੀਆਂ, ਜੰਗਲ ਜਿੰਨਾ ਵਾਸ ਕੰਕਰ ਚੁਗਣ ਥਲ ਵਸਣ
ਰੱਬ ਨਾ ਛੋਡਣ ਪਾਸ। ਇੱਕ ਚਿੜੀ ਦੀ ਉਦਾਹਰਨ ਹੈ। ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਇੱਥੋਂ ਤੱਕ ਇੱਕ ਸ਼ਬਦ ਆਉਂਦਾ ਹੈ ਗੁਰੂ ਪਾਤਸ਼ਾਹ ਜੀ ਦਾ, ਹਰ ਜਨ ਬੋਲਤ ਰਾਮ ਨਾਮਾ। ਇਸ ਸ਼ਬਦ ਨੂੰ ਪੜ੍ਹੋ, ਇਹਦੇ 'ਚ ਅਖੀਰਲੀ ਲਾਈਨ ਜਿਹੜੀ ਹੈ, ਅਖੀਰਲੇ ਬੰਦ ਵਾਲੀ, ਉਹਦੇ 'ਚ ਜ਼ਿਕਰ ਕਰਦੇ ਨੇ ਗੁਰਦੇਵ ਪਾਤਸ਼ਾਹ, ਕਹਿੰਦੇ ਮਿਰਗ ਜੋ ਬੋਲ ਰਹੇ ਨੇ, ਮਿਰਗ ਵੀ ਉਹਦੀ ਸਿਫਤ ਬੋਲ ਰਹੇ ਨੇ, ਜੋ ਹੋਰ ਜਾਨਵਰ ਬੋਲ ਰਹੇ ਨੇ ਉਹ ਵੀ ਉਹਦੀ ਸਿਫਤ ਬੋਲ ਰਹੇ ਨੇ। ਹੁਣ ਫਰਕ ਕਿੱਥੇ ਹੈ? ਸਾਡੇ ਸੁਣਨ ਵਿੱਚ ਤੇ ਗੁਰੂ ਦੇ ਸੁਣਨ ਵਿੱਚ ਬੜਾ ਫਰਕ ਹੈ। ਗੁਰੂ ਜੋ ਸੁਣਦਾ ਹੈ ਤੇ ਅਸੀਂ ਜੋ ਸੁਣਦੇ ਹਾਂ, ਦੋਵਾਂ 'ਚ ਬੜਾ ਅੰਤਰ ਹੈ। ਇਸ ਚੀਜ਼ ਨੂੰ ਸਮਝੀਏ, ਇਸ ਚੀਜ਼ ਨੂੰ ਮੰਨ ਕੇ ਚੱਲੀਏ। ਅਸੀਂ ਇਹ ਮੰਨ ਬੈਠੇ ਹਾਂ ਕਿ ਬੰਦਾ ਹੀ ਉਹਦੀ ਇਕੱਲੀ ਸਿਫਤ ਕਰ ਰਿਹਾ, ਪਰ ਸਾਡੇ ਗੁਰਦੇਵ ਕਹਿੰਦੇ ਕੁਦਰਤ ਦੀ ਹਰ ਇੱਕ ਚੀਜ਼ ਉਹਦੀ ਸਿਫਤ ਗਾ ਰਹੀ ਹੈ ਆਪਣੇ ਤਰੀਕੇ ਨਾਲ। ਮੈਂ ਕੱਲ ਵੀ ਜ਼ਿਕਰ ਕੀਤਾ ਸੀ, ਗੁਰਦੇਵ ਤੇ ਬਾਣੀ 'ਚ ਕਹਿੰਦੇ ਨੇ ਜਿਹੜੀ ਪੌਣ ਹੈ ਇਹ ਵੀ ਗੁਰਮੁਖ ਹੈ। ਹੁਣ ਪੌਣ ਗੁਰਮੁਖ ਕਿਵੇਂ ਹੈ? ਗੁਰਦੇਵ ਇਹ ਕਹਿੰਦੇ ਨੇ ਜਿਹੜੀ ਅੱਗ ਹੈ ਇਹ ਵੀ ਗੁਰਮੁਖ ਹੈ। ਇਹ ਅੱਗ ਕਿਵੇਂ ਗੁਰਮੁਖ ਹੈ? ਗੁਰਦੇਵ ਨੇ ਤਾਂ ਇਹ ਵੀ ਆਖਿਆ ਕਿ ਇਹ ਸਾਰੀਆਂ ਚੀਜ਼ਾਂ ਤੈਨੂੰ ਗਾ ਰਹੀਆਂ। ਆਪਾਂ ਪੜ੍ਹਦੇ ਹਾਂ ਨਾ, ਗਾਵਣ ਤੁਧਨੋ ਪੌਣ ਪਾਣੀ ਬੈਸੰਤਰ। ਪਾਣੀ ਵਿੱਚੋਂ ਕਲ ਕਲ ਦੀ ਆਵਾਜ਼ ਆਉਂਦੀ ਹੈ, ਪੌਣ ਵਿੱਚੋਂ ਛਾਂ ਛਾਂ ਦੀ ਆਵਾਜ਼ ਆਉਂਦੀ ਹੈ, ਤੇ ਅੱਗ ਵਿੱਚੋਂ ਆਪਾਂ ਸਾਰੇ ਸਮਝਦੇ ਹਾਂ ਜਿੱਥੇ ਵੀ ਅੱਗ ਲੱਗੀ ਹੋਵੇ ਤੇ ਕੜਕ ਕੜਕ ਇੱਕ ਜਿਵੇਂ ਕੁਝ ਟੁੱਟਣ ਦੀ ਆਵਾਜ਼ ਆਉਂਦੀ ਹੈ। ਸਾਨੂੰ ਕਦੇ ਮਹਿਸੂਸ ਨਹੀਂ ਹੋਇਆ ਕਿ ਉਹ ਕੋਈ ਉਸ ਵਾਹਿਗੁਰੂ ਦੇ ਗੁਣ ਗਾ ਰਹੀ। ਸਾਡੇ ਵਾਸਤੇ ਕਲ-ਕਲ ਕੇਵਲ ਕਲ-ਕਲ ਹੀ ਹੈ, ਪਾਣੀ ਦੀ ਆਵਾਜ਼ ਕਲ-ਕਲ ਹੀ ਹੈ। ਸਾਡੇ ਵਾਸਤੇ ਜੋ ਹੈ ਉਹ ਹਵਾ ਦੀ ਆਵਾਜ਼ ਛਾਂ-ਛਾਂ ਹੀ ਹੈ। ਪਰ ਜੇ ਗੁਰੂ ਦੀ ਦ੍ਰਿਸ਼ਟੀ ਨਾਲ ਸੁਣ ਕੇ ਦੇਖੀਏ ਤੇ ਗੁਰੂ ਕਹਿੰਦੇ ਨੇ ਇਹ ਉਹਦੇ ਗੀਤ ਗਾ ਰਹੀ ਹੈ। ਗੁਰੂ ਕਹਿ ਰਿਹਾ ਗਾਵਣ ਤੁਧਨੋ ਪੌਣ ਪਾਣੀ ਬੈਸੰਤਰ। ਗੁਰਦੇਵ ਨੇ ਤਾਂ ਜਿਸ ਇੰਦਰ ਦੇ ਬਾਰੇ ਇਹ ਗੱਲ ਕਹੀ ਗਈ ਕਿ ਉਹ ਅੱਤ ਦਾ ਆਚਰਣ ਤੋਂ ਨੀਵਾਂ ਸੀਗਾ, ਜਾਂ ਜਿਨ੍ਹਾਂ ਦੇਵਤਿਆਂ ਬਾਰੇ ਅੱਤ ਦੇ ਆਚਰਣ ਤੋਂ ਨੀਵੇਂ ਜਿਹੜੇ ਜੀਵਨ ਉਹਨਾਂ ਦੇ ਜੀਵਨਕਾਰਾਂ ਨੇ ਲਿਖੇ ਹਨ, ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਗਾਵਣ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ। ਸੋ ਇਸ ਭਾਵ ਨੂੰ ਸਮਝਣਾ ਹੈ ਕਿ ਸਤਿਗੁਰੂ ਜੀ ਇਹਨੂੰ ਕਿਸ ਦ੍ਰਿਸ਼ਟੀ ਤੋਂ ਕਹਿ ਰਹੇ ਹਨ, ਕਿਸ ਨੁਕਤਾ ਨੁਗਾਹ ਤੋਂ ਕਹਿ ਰਹੇ ਹਨ। ਸੋ ਮੁੱਖ ਨੁਕਤਾ ਗੁਰੂ ਦਾ ਹੈ ਕਿ ਕੁਦਰਤ ਦੀ ਕੋਈ ਵੀ ਚੀਜ਼ ਉਹਦੇ ਗੁਣਾਂ ਤੋਂ ਬਾਹਰੀ ਨਹੀਂ ਹੈ। ਇਹ ਗੁਰਮਤਿ ਦਾ ਨੁਕਤਾ ਹੈ। ਸੋ ਗੁਰਦੇਵ ਨੇ ਉਹੀ ਇੱਥੇ ਜ਼ਿਕਰ ਕੀਤਾ, ਸਿਫਤ ਰਤਾ ਗੁਣਤਾਸ ਜੀਓ। ਕੁਦਰਤ ਦੀ ਹਰ ਇੱਕ ਚੀਜ਼ ਉਹਦੀ ਸਿਫਤ ਕਰ ਰਹੀ ਹੈ। ਗੁਰਦੇਵ ਅੱਗੇ ਜ਼ਿਕਰ ਕਰਦੇ, ਭਾਣੈ ਸਹਿ ਪੀ ਹਾਵਲਾ ਹਉ ਆਵਣ ਜਾਣ ਮੁਈ ਆਸ ਜੀਓ। ਭਾਣੈ ਉਹਦੇ ਹੁਕਮ ਦੇ ਵਿੱਚ ਹੀ, ਸ਼ਹਿ ਦਾ ਮਤਲਬ ਹੁੰਦਾ ਖਸਮ। ਪਿਹਾਵਲਾ ਕਹਿੰਦੇ ਨੇ ਡਰਾਵਣਾ। ਕਹਿੰਦੇ ਜੇ ਕਿਸੇ ਨੂੰ ਰੱਬ ਬੜਾ ਡਰਾਵਣਾ ਨਜ਼ਰ ਆ ਰਿਹਾ ਹੈ ਨਾ, ਬੜਾ ਖੌਫ ਜ਼ਿਆਦਾ ਨਜ਼ਰ ਆ ਰਿਹਾ, ਕੋਈ ਸਮਝ ਨਹੀਂ ਪਾ ਰਿਹਾ, ਤੇ ਇਹ ਵੀ ਉਹਦੇ ਭਾਣੇ ਦੇ ਵਿੱਚ ਹੀ ਹੈ। ਵੈਸੇ ਰੱਬ ਡਰਾਵਣਾ ਨਹੀਂ ਹੈ। ਗੁਰਦੇਵ ਨੇ ਇਹ ਗੱਲ ਜ਼ਿਕਰ ਕਰਦੀ ਕਿ ਕਿਸੇ ਨੂੰ ਇਹ ਸਮਝ ਨਹੀਂ ਆਈ ਅਜੇ, ਤੇ ਉਹ ਉਸ ਨੂੰ ਅਜੇ ਵੀ ਬੜਾ ਖੌਫ ਜ਼ਿਆਦਾ ਉਹਦੇ ਡਰ 'ਚ ਹੈ, ਤਾਂ ਇਹ ਵੀ ਉਹਦੇ ਭਾਣੇ ਦੇ ਵਿੱਚ ਹੀ ਹੈ। ਭਾਣੈ ਸ਼ੈ ਪੀ ਹਾਵਲਾ ਹਉ ਆਣ ਜਾਣ ਮੁਈ ਆਸ ਜੀਓ। ਤੇ ਸੰਸਾਰ 'ਚ ਆਉਣਾ ਤੇ ਜਾਣਾ, ਮਰ ਜਾਣਾ, ਇਹ ਸਾਰਾ ਉਹਦੇ ਹੁਕਮ ਦੇ ਵਿੱਚ ਹੀ ਹੈ। ਤੂੰ ਸ਼ੈ ਅਗੰਮ ਅਤੋਲਵਾ। ਹੇ ਵਾਹਿਗੁਰੂ ਜੀ, ਤੁਸੀਂ ਅਗੰਮ ਹੋ। ਗੰਮ ਦਾ ਮਤਲਬ ਹੈ ਜਿੱਥੋਂ ਤੱਕ ਅਸੀਂ ਪਹੁੰਚ ਸਕੀਏ, ਤੇ ਅਗੰਮ ਦਾ ਮਤਲਬ ਹੈ ਜਿੱਥੋਂ ਤੱਕ ਸਾਡੀ ਸੁਰਤ ਪਹੁੰਚ ਨਹੀਂ ਸਕਦੀ। ਭਾਵ ਜਿਸ ਚੀਜ਼ ਦਾ ਅਸੀਂ ਆਪਣੇ ਸੁਰਤ ਦੇ ਗਿਆਨ ਦੇ ਨਾਲ ਵਿਸ਼ਲੇਸ਼ਣ ਨਹੀਂ ਕਰ ਸਕਦੇ। ਇੱਥੇ ਬਹੁਤ ਸਾਰੀਆਂ ਚੀਜ਼ਾਂ ਪਈਆਂ ਨੇ ਜੋ ਸਾਨੂੰ ਅੱਖਾਂ ਨਾਲ ਨਜ਼ਰ ਆ ਰਹੀਆਂ ਨੇ, ਅਸੀਂ ਆਪਣੀ ਸੁਰਤ ਦੇ ਨਾਲ ਉਹਦਾ ਵਿਸ਼ਲੇਸ਼ਣ ਕਰ ਸਕਦੇ ਹਾਂ ਕਿ ਇਹ ਚੀਜ਼ ਇਸ ਤਰ੍ਹਾਂ ਦੀ ਹੈ, ਇਹਦਾ ਰੰਗ ਇਸ ਤਰ੍ਹਾਂ ਦਾ ਹੈ, ਇਹ ਇੱਥੋਂ ਖਰੀਦੀ ਗਈ, ਇਸ ਨੇ ਫਲਾਣੀ ਚੀਜ਼, ਫਲਾਣੇ ਬੰਦੇ ਨੇ ਇਸ ਨੂੰ ਬਣਾਇਆ। ਇਹ ਵਿਸ਼ਲੇਸ਼ਣ ਹੈ ਜੋ ਅਸੀਂ ਸੁਰਤ ਦੇ ਨਾਲ ਕਰਦੇ ਹਾਂ। ਪਰ ਕਹਿੰਦੇ ਰੱਬ ਦਾ ਵਿਸ਼ਲੇਸ਼ਣ ਬੰਦੇ ਦੀ ਸੁਰਤ 'ਚ ਸਮਾਏ ਹੋਏ ਗਿਆਨ ਨਾਲ ਕੀਤਾ ਨਹੀਂ ਜਾ ਸਕਦਾ। ਇਸੇ ਕਰਕੇ ਬਾਣੀ 'ਚ ਆਖਿਆ ਉਹ ਅਗੰਮ ਹੈ, ਉਹ ਤੇਰੀ ਸੁਰਤ ਦੇ ਗਿਆਨ ਤੋਂ ਕੀ ਆ, ਬਾਹਰ ਹੈ। ਤਾਂ ਹੀ ਦੇਖੋ ਗੁਰਬਾਣੀ 'ਚ ਗੁਰੂ ਸਾਹਿਬ ਜਿੱਥੇ ਰੱਬ ਦੀ ਮੁਕੰਮਲ ਬਿਆਨਗੀ ਦੀ ਗੱਲ ਆਈ, ਉੱਥੇ ਉਹਨਾਂ ਨੇ ਆਪਣੇ ਵੀ ਹਥਿਆਰ ਸੁੱਟ ਦਿੱਤੇ। ਗੁਰੂ ਸਾਹਿਬ ਜੀ ਤੋਂ ਉੱਚਾ ਤੇ ਕੋਈ ਨਹੀਂ ਸਾਡੇ ਲਈ। ਗੁਰੂ ਨਾਨਕ ਸਾਹਿਬ ਖੁਦ ਕਹਿ ਕੇ ਗਏ, ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ
ਨਿਰੰਕਾਰ। ਜਿੱਥੇ ਉਹਦੀ ਬਿਆਨਗੀ ਦੀ ਗੱਲ ਆਈ, ਕਿਸੇ ਨੇ ਪੁੱਛਿਆ ਕਿ ਮੁਕੰਮਲ ਬਿਆਨ ਕਰਕੇ ਦੱਸੋ, ਗੁਰੂ ਪਾਤਸ਼ਾਹ ਨੇ ਉੱਥੇ ਕਹਿ ਦਿੱਤਾ, ਇੱਥੇ ਮੇਰੇ ਵੀ ਹਥਿਆਰ ਕੀ ਨੇ, ਸੁੱਟੇ ਨੇ। ਭਾਵ ਇੱਥੇ ਗੁਰੂ ਸਾਹਿਬ ਨੇ ਇਹ ਗੱਲ ਆਪਣੇ ਵੱਲੋਂ ਕਹੀ ਹੈ ਕਿ ਇਹਨੂੰ ਵਰਣਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹ ਖੁਦ ਇਹ ਮੰਨ ਕੇ ਚੱਲੇ ਨੇ ਕਿ ਉਹ ਅਗੰਮ ਹੈ। ਤਾਂ ਗੁਰਦੇਵ ਜ਼ਿਕਰ ਕਰਦੇ, ਤੂੰ ਸ਼ੈ ਅਗੰਮ ਅਤੋਲਵਾਂ, ਅਤੋਲਵਾਂ ਜਿਹਨੂੰ ਤੋਲਿਆ ਨਹੀਂ ਜਾ ਸਕਦਾ। ਹੋਂ ਕਹਿ ਕਹਿ ਟਹਿ ਪਈ ਆਸ ਜਿਓ, ਮੈਂ ਤੇਰੇ ਅਨੇਕ ਗੁਣ ਕਹਿ ਕੇ ਤੇਰੇ ਅੱਗੇ ਟਹਿ ਪਈਆਂ। ਭਾਵ ਤੇਰੇ ਅੱਗੇ ਮੈਂ ਆਪਣਾ ਆਪਾ ਸਮਰਪਣ ਕਰ ਦਿੱਤਾ ਹੈ। ਕਿਆ ਮੰਗੋ ਕਿਆ ਕਹਿ ਸੁਣੀ, ਮੈਂ ਤੇਰੇ ਕੋਲ ਕੀ ਮੰਗਾਂ ਤੇ ਤੂੰ ਮੇਰੀ ਕਿਹੜੀ ਅਰਦਾਸ ਨੂੰ ਸੁਣੇ। ਮੈਂ ਦਰਸ਼ਨ ਭੂਖ ਪਿਆਸ ਜਿਓ, ਮੇਰੇ ਅੰਦਰ ਤਾਂ ਹੁਣ ਕੇਵਲ ਇੱਕ ਹੀ ਭੁੱਖ ਹੈ, ਉਹ ਤੇਰੇ ਦਰਸ਼ਨਾਂ ਦੀ ਹੈ, ਤੇਰੀ ਮਹਿਸੂਸ ਦੀ ਹੈ, ਕਿ ਮੈਂ ਤੈਨੂੰ ਮਹਿਸੂਸ ਕਰ ਸਕਾਂ। ਤਾਂ ਉਹਦਾ ਅਖੀਰ 'ਚ ਹਾਲ ਇਹੀ ਦੱਸਿਆ, ਗੁਰ ਸ਼ਬਦੀ ਸ਼ਹਿ ਪਾਇਆ, ਗੁਰੂ ਦੇ ਸ਼ਬਦ ਦੁਆਰਾ ਪਰਮੇਸ਼ਰ ਦੀ ਜੋ ਗੁਰੂ ਨੇ ਮਹਿਸੂਸ ਕੀਤਾ ਹੈ, ਉਹ ਮਹਿਸੂਸੀਅਤ ਸਾਡੇ ਅੰਦਰ ਵੀ ਪੈਦਾ ਹੁੰਦੀ। ਅਸੀਂ ਉਸ ਤਰ੍ਹਾਂ ਮਹਿਸੂਸ ਕਰਨ ਲੱਗ ਜਾਂਦੇ ਹਾਂ ਜਿਵੇਂ ਗੁਰੂ ਨੇ ਪਰਮੇਸ਼ਰ ਨੂੰ ਮਹਿਸੂਸ ਕੀਤਾ। ਇਸੇ ਕਰਕੇ ਗੁਰਦੇਵ ਅਖੀਰ ਤੇ ਨਿਚੋੜ ਇਹੀ ਕਹਿੰਦੇ ਨੇ ਕਿ ਤੈਨੂੰ ਗੁਰੂ ਦੇ ਸ਼ਬਦ ਦੇ ਨੇੜੇ ਆਉਣਾ ਪੈਣਾ। ਸ਼ਬਦ ਦੇ ਨੇੜੇ ਹੋਏਗਾ ਤਾਂ ਤੂੰ ਉਹਦੇ ਨੇੜੇ ਹੋ ਜਾਏਗਾ, ਸਿੱਧਾ ਨਹੀਂ। ਮੈਂ ਅੱਗੇ ਵੀ ਇੱਕ ਦਿਨ ਜ਼ਿਕਰ ਕੀਤਾ ਸੀ, ਬਾਣੀ ਇਹ ਕਹਿੰਦੀ ਹੈ ਕਿ ਉਹ ਤੇਰੇ ਅੰਦਰ ਵੀ ਹੈ, ਬਾਹਰ ਵੀ ਹੈ, ਉਹ ਤੇਰੇ ਹਰ ਪਾਸੇ ਹੈ, ਪਰ ਉਹ ਜਿਹੜਾ ਹਰ ਪਾਸੇ ਹੈ ਉਹਦੇ ਨੇੜੇ ਤੂੰ ਆਪਣੇ ਆਪ ਨਹੀਂ ਹੋ ਸਕਦਾ। ਇਹ ਅਟਲ ਫੈਸਲਾ ਹੈ ਗੁਰਬਾਣੀ ਦਾ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਣ, ਕਰ ਪ੍ਰਗਟ ਆਖ ਸੁਣਾਇਆ। ਗੁਰੂ ਦੇ ਦੁਆਰਾ ਹੀ ਉਹ ਸਾਡੇ ਅੰਦਰੋਂ ਪ੍ਰਗਟ ਹੋਣਾ ਹੈ। ਇਸੇ ਕਰਕੇ ਗੁਰੂ ਸ਼ਬਦ ਹੈ, ਉਹੀ ਜ਼ਿਕਰ ਆਇਆ। ਜੋ ਗੱਲਾਂ ਉੱਪਰ ਗੁਰੂ ਨੇ ਸਮਝਾਈਆਂ, ਜੇ ਉਹ ਸਾਰੀਆਂ ਸਮਝਣੀਆਂ ਨੇ ਤਾਂ ਕਹਿੰਦੇ ਗੁਰੂ ਦੇ ਸ਼ਬਦ ਦੇ ਨੇੜੇ ਤੈਨੂੰ ਮਹਿਸੂਸ ਹੋਏਗਾ। ਉਹ ਅੰਦਰ ਤੇ ਬਾਹਰ ਵੈਸੇ ਮਹਿਸੂਸ ਨਹੀਂ ਹੋਏਗਾ। ਗੁਰਦੇਵ ਜ਼ਿਕਰ ਕਰਦੇ, ਗੁਰ ਸ਼ਬਦੀ ਸ਼ਹਿ ਪਾਇਆ, ਗੁਰੂ ਦੇ ਸ਼ਬਦ ਦੁਆਰਾ ਤੂੰ ਉਹਨੂੰ ਮਹਿਸੂਸ ਕਰ ਲਏਗਾ। ਸੱਚ ਨਾਨਕ ਕੀ ਅਰਦਾਸ ਜਿਓ, ਇਹੀ ਨਾਨਕ ਦੀ ਸੱਚੀ ਤੇ ਸੁੱਚੀ ਅਰਦਾਸ ਹੈ। ਮੇਰੀ ਤੇ ਇਹੀ ਅਰਜ਼ ਹੈ ਕਿ ਮੈਨੂੰ ਗੁਰੂ ਦੇ ਸ਼ਬਦ ਦੇ ਨੇੜੇ ਕਰ। ਸੋ ਮੈਂ ਬੇਨਤੀ ਕਰਾਂ, ਕੋਈ ਕਿਸੇ ਨੂੰ ਮਹਿਸੂਸ ਨਹੀਂ ਕਰਵਾ ਸਕਦਾ ਉਹਦੀ ਛੋਹ ਨੂੰ। ਤੁਸੀਂ ਕਹੋ ਕਿ ਮੈਂ ਤੁਹਾਨੂੰ ਮਹਿਸੂਸ ਕਰਾ ਦੇਵਾਂ, ਜਾਂ ਤੁਸੀਂ ਕਹੋ ਤੁਸੀਂ ਮੈਨੂੰ ਨਹੀਂ, ਅਸੀਂ ਗੁਰੂ ਦੇ ਸ਼ਬਦ ਦੁਆਰਾ ਹੀ ਉਹਨੂੰ ਮਹਿਸੂਸ ਕਰ ਸਕਦੇ ਹਾਂ। ਖੁਦ ਗੁਰੂ ਦਾ ਸ਼ਬਦ ਸਾਡੇ ਅੰਦਰ ਉਤਰੇਗਾ ਤੇ ਉਸ ਸ਼ਬਦ ਵਿੱਚੋਂ ਹੀ ਉਹਦੀ ਲੋ ਜਿਹੜੀ ਹੈ ਸਾਨੂੰ ਮਹਿਸੂਸ ਹੋਏਗੀ, ਸਾਡੇ ਅੰਦਰ ਪੈਦਾ ਹੋਏਗੀ। ਇਸੇ ਕਰਕੇ ਮੈਂ ਵਾਰ-ਵਾਰ ਜ਼ਿਕਰ ਕਰਿਆ ਕਰਦਾ ਕਿ ਸਾਖੀਆਂ ਦੇ ਵਿੱਚ ਇਹ ਵਾਰ-ਵਾਰ ਜ਼ਿਕਰ ਹੈ ਕਿ ਗੁਰੂ ਨਾਨਕ ਸਾਹਿਬ ਜਿੱਥੇ ਵੀ ਗਏ, ਉਹਨਾਂ ਦੀਆਂ ਸਾਖੀਆਂ ਵਿੱਚ ਇੱਕ ਗੱਲ ਆਮ ਸਾਂਝੀ ਮਿਲਦੀ ਹੈ ਕਿ ਉਹ ਭਾਈ ਮਰਦਾਨਾ ਜੀ ਨੂੰ ਇੱਕ ਗੱਲ, ਜਦੋਂ ਵੀ ਕਿਸੇ ਬੰਦੇ ਨੂੰ ਉਹ ਸਮਝਾ ਰਹੇ ਹੁੰਦੇ ਹਨ ਤੇ ਬੰਦਾ ਸਮਝਣ ਦੇ ਤਲ ਤੇ ਪੂਰਾ ਤਿਆਰ ਹੋ ਜਾਂਦਾ ਹੈ, ਤਾਂ ਉੱਥੇ ਇੱਕ ਹੀ ਗੱਲ ਕਹਿੰਦੇ ਨੇ, ਭਾਈ ਮਰਦਾਨਾ ਜੀ ਰਬਾਬ ਜਾਓ, ਬਾਣੀ ਆਈ ਹੈ। ਹਾਲਾਂਕਿ ਉਸ ਸਮੇਂ ਦੀ ਸ਼ਬਦਾਵਲੀ 'ਚ ਉਹ ਗੱਲਾਂ ਲਿਖੀਆਂ ਨੇ। ਉਹਦਾ ਭਾਵ ਇਹ ਹੈ ਕਿ ਇਸ ਬੰਦੇ ਨੂੰ ਜੇ ਮਹਿਸੂਸ ਕਰਾਉਣਾ ਹੈ ਤਾਂ ਭਾਈ ਮਰਦਾਨਾ ਜੀ ਆਪਾਂ ਇਹਨੂੰ ਬਾਣੀ ਦੇ ਦੁਆਰਾ ਹੀ ਮਹਿਸੂਸ ਕਰਵਾ ਸਕਦੇ ਹਾਂ। ਸਾਰੀਆਂ ਸਾਖੀਆਂ, ਕਿੰਨੇ ਬੰਦਿਆਂ ਨੂੰ, ਹਜ਼ਾਰਾਂ ਬੰਦਿਆਂ ਨੂੰ ਗੁਰੂ ਨਾਨਕ ਸਾਹਿਬ ਮਿਲੇ ਨੇ, ਤੇ ਜਿੰਨੀਆਂ ਕੁ ਸਾਖੀਆਂ ਸਾਨੂੰ ਮਿਲਦੀਆਂ ਨੇ ਉਹਦੇ 'ਚ ਇਹ ਗੱਲ ਸਾਂਝੀ ਮਿਲੇਗੀ। ਕਿ ਕਮਾਲ ਦੀ ਗੱਲ ਹੈ, ਕਿਤੇ ਇਸ ਗੱਲ ਦਾ ਜ਼ਿਕਰ ਨਹੀਂ ਆਉਂਦਾ ਕਿ ਉਹ ਆਪ ਕਹਿ ਰਹੇ ਹੋਣ ਜਾਂ ਸਾਖੀਕਾਰ ਇਹ ਕਹਿ ਰਿਹਾ ਹੋਵੇ ਕਿ ਇਹਨੂੰ ਬਾਬੇ ਨਾਨਕ ਨੇ ਸਮਝਾਇਆ। ਜਿੱਥੇ ਜ਼ਿਕਰ ਆਇਆ ਹੀ ਆਇਆ ਕਿ ਬਾਣੀ ਆਈ ਹੈ, ਸ਼ਬਦ ਆਇਆ, ਸ਼ਬਦ ਦੁਆਰਾ ਹੀ ਉਹਨੂੰ ਸਮਝਾਇਆ ਗਿਆ। ਸੋ ਲੋੜ ਹੈ ਅਸੀਂ ਖੁਦ ਬਾਣੀ ਨੂੰ ਪੜ੍ਹੀਏ, ਖੁਦ ਬਾਣੀ ਨੂੰ ਸਮਝੀਏ। ਇਵੇਂ ਇਕੱਠੇ ਬਹਿ ਕੇ ਅਸੀਂ ਬਾਣੀ ਦੇ ਸ਼ਬਦ ਵਿਚਾਰ, ਸ਼ਬਦ ਕੀਰਤਨ, ਸ਼ਬਦ ਗਾਇਨ ਦੇ ਨਾਲ ਸਮਾਂ ਕੱਢ ਕੇ ਜੁੜਨ ਦੀ ਕੋਸ਼ਿਸ਼ ਕਰੀਏ। ਇਹਦੇ ਰਾਹੀਂ ਹੀ ਇਸ ਮਸਲੇ ਦਾ ਹੱਲ ਕੀਤਾ ਜਾ ਸਕਦਾ ਹੈ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ ਜੀ। ਪਿਆਰ ਸਹਿਤ ਕਹਿਣਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ।